डंडौत बंदन अनक बार, सर्व कला समरथ डोलन ती राखो प्रभु, नानक दे कर हथ। ऐसी कृपा करो महाराज, मेरा मन कदे बिडोले ना। ऐसी कृपा करो महाराज, मेरा मन कदे बिडोले ना। ऐसी कृपा करो महाराज, मेरा मन कदे बिडोले ना। ऐसी कृपा करो महाराज, मेरा मन कदे बिडोले ना। ऐसी कृपा करो ऐसी कृपा करो महाराज, मेरा मन कदे बिडोले ना। ऐसी कृपा करो महाराज, मेरा मन कदे बिडोले ना। ऐसी कृपा करो महाराज, मेरा मन कदे बिडोले ना। ऐसी कृपा करो महाराज, मेरा मन कदे बिडोले ना। ऐसी कृपा करो महाराज। कदे भी डोले ना, कदे भी डोले ना, कदे भी डोले ना, कदे भी डोले ना। ओ कदे बिडोले ना, कदे भी डोले ना, कदे भी डोले ना, कदे भी डोले ना। कदे बिडोले ना, कदे बिडोले ना, कदे बिडोले ना, कदे बिडोले ना। कदे भी डोले ना, बाबा कदे भी डोले ना, कदे भी डोले ना, कदे भी डोले ना। ओ कदे बिडोले ना, कदे भी डोले ना, आजी कदे बिडोले ना। कदे भी डोले ना। ओ कदे बिडोले ना, कदे बिडोले ना, कदे बिडोले ना, कदे बिडोले ना। ऐसी कृपा करो महाराज, मेरा मन कदे भी डोले ना। ऐसी कृपा करो महाराज, मेरा मन कदे भी डोले ना। ऐसी कृपा करो महाराज, मेरा मन कदे भी डोले ना। ऐसी कृपा करो महाराज, मेरा मन कदे भी डोले ना। ऐसी कृपा करो महाराज, मेरा मन कदे बिडोले ना। ऐसी कृपा करो महाराज, मेरा मन कदे बिडोले ना। वाहिगुरु 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 वाहिगुरु
ਵਾਹਿਗੁਰੂ 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 ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਤ ਸੰਗਤ ਜੀਓ, ਆਪ ਮਾਈ ਭਾਈ ਤਨਤਾ ਦੇ ਯੋਗ ਹੋ, ਜਿਨ੍ਹਾਂ ਨੂੰ ਉਹ ਮਹਾਨ ਯੋਧਿਆਂ ਦੀ ਯਾਦ ਦੇ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਜੋ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਕੇ ਵਿਖਾਏ। ਨਿੱਕੀਆਂ ਜਿੰਦਾਂ ਸਨ ਤੇ ਸਾਕੇ ਬਹੁਤ ਵੱਡੇ ਵੱਡੇ ਕਰਕੇ ਵਿਖਾਇਆ। ਆਖੋ ਸਤਨਾਮ ਵਾਹਿਗੁਰੂ ਜੀ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਪੁੱਤਰ 7 ਸਾਲ ਤੇ 9 ਸਾਲ, ਜਿਨ੍ਹਾਂ ਨੂੰ ਸਿੱਖਿਆ ਐਸੀ ਮਿਲੀ ਹੋਈ ਸੀ ਨਾ, ਡੋਲੇ ਨਹੀਂ, ਘਬਰਾਏ ਨਹੀਂ, ਕਿਉਂਕਿ ਉਹਨਾਂ ਨੂੰ ਸਿੱਖਿਆ ਐਸੀ ਮਿਲੀ ਹੋਈ ਸੀ। ਤਾਂ ਗੁਰਮੁਖ ਪਿਆਰਿਓ, ਸੂਬੇ ਦੀ ਕਚਹਿਰੀ ਦੇ ਵਿੱਚ ਵੀ ਡੋਲੇ ਨਹੀਂ, ਬੜੇ ਡਰਾਏ, ਬੜੇ ਧਮਕਾਏ। ਆਓ ਅੱਗੇ ਅੱਗੇ ਇਤਿਹਾਸ ਸੁਣਦੇ ਜਾਈਓ, ਕੀ ਸਾਹਿਬਜ਼ਾਦਿਆਂ ਦੇ ਨਾਲ ਵਾਪਰਿਆ। ਤਾਂ ਗੁਰਮੁਖ ਪਿਆਰਿਓ, ਉਹ ਮਹਾਨ ਕਾਰਜ ਕੀਤੇ, ਮਹਾਨ ਕੰਮ ਕੀਤੇ, ਜਿਨ੍ਹਾਂ ਨੂੰ ਅੱਜ ਤੱਕ ਦੁਨੀਆ ਸਜਦਾ ਕਰਦੀ ਆ, ਯਾਦ ਕਰਦੀ ਆ, ਚੇਤੇ ਕਰਦੀ ਆ। ਦੇਸ਼ ਧਰਮ ਦੇ ਲਈ ਆਪਣੀਆਂ ਜ਼ਿੰਦੜੀਆਂ ਵਾਰ ਗਏ ਨੇ, ਆਪਣੀਆਂ ਜਿੰਦਾਂ ਲੇਖੇ ਲਾ ਗਏ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਬਹੁਤ ਵੱਡਾ ਪਰਉਪਕਾਰ ਆ ਭਾਈ ਸਾਡੇ ਤੇ। ਤਾਂ ਗੁਰਮੁਖ ਪਿਆਰਿਓ, ਇਕੱਲੇ ਸਿੱਖਾਂ ਤੇ ਨਹੀਂ, ਹਿੰਦੂਆਂ ਦੇ ਲਈ ਛੋਟੀ ਉਮਰੇ ਆਪਣੇ ਪਿਤਾ ਤੋਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ, ਗੁਰੂ ਪਿਤਾ ਜੀ, ਇਹ ਲੋਕ ਕੌਣ ਨੇ ਸਿਰ ਦੇ ਉੱਤੇ ਬੋਦੇ ਰੱਖੇ ਹੋਏ ਨੇ, ਤੇ ਇਹ ਰੋ ਕਿਉਂ ਰਹੇ ਨੇ, ਇਹ ਕੀ ਕਹਿੰਦੇ ਨੇ ਆਪ ਜੀਆਂ ਨੂੰ? ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਲਾਲ ਜੀ, ਇਹਨਾਂ ਦਾ ਜਿਹੜਾ ਧਰਮ ਹੈ ਉਹ ਖਤਰੇ ਦੇ ਵਿੱਚ ਹੈ। ਇਹਨਾਂ ਦਾ ਧਰਮ ਕਿਵੇਂ ਖਤਰੇ ਦੇ ਵਿੱਚ ਹੈ ਗੁਰੂ ਪਿਤਾ ਜੀ? ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਣੇ 8 ਸਾਲ ਦੀ ਉਮਰ ਆ। ਇਹਨਾਂ ਦਾ
ਧਰਮ ਕਿਵੇਂ ਖਤਰੇ ਦੇ ਵਿੱਚ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜਿਹੜਾ ਔਰੰਗਜ਼ੇਬ ਆ ਨਾ, ਬਾਦਸ਼ਾਹ ਦਿੱਲੀ ਦਾ, ਉਹ ਇਹਨਾਂ ਪੰਡਤਾਂ ਦੇ ਮੰਦਰ ਢਹਿ ਢੇਰੀ ਕਰ ਰਿਹਾ, ਜ਼ਬਰਦਸਤੀ ਮੁਸਲਮਾਨ ਬਣਾ ਰਿਹਾ। ਇਹਨਾਂ ਦੇ ਜੰਜੂ ਲਹਾਏ ਜਾ ਰਹੇ ਨੇ। ਸਵਾ ਮਣ ਜੰਜੂ ਲਾ ਕੇ ਨਾ ਫਿਰ ਰੋਟੀ ਖਾਂਦਾ ਸੀ। ਦੇਖ ਲਓ ਜੰਜੂ ਦੇ ਵਿੱਚ ਕਿੰਨਾ ਕੁ ਵਜਨ ਹੁੰਦਾ। ਇੱਕ ਮਣਕਾ ਹੁੰਦਾ ਤੇ ਇੱਕ ਤਾਗਾ ਹੁੰਦਾ ਸੂਤ ਦਾ। ਤਾਂ ਗੁਰਮੁਖ ਪਿਆਰਿਓ, ਸਵਾ ਮਣ ਜੰਜੂ ਲਾ ਕੇ ਮੰਦਰ ਢਹਿ ਢੇਰੀ ਕਰਕੇ, ਮੰਦਰ ਢਹਿ ਢੇਰੀ ਕਰਕੇ ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਸਵਾ ਮਨ ਜੰਜੂ ਲਾ ਕੇ ਫਿਰ ਰੋਟੀ ਖਾਂਦਾ। ਇਹਨਾਂ ਦੇ ਮੰਦਰ ਢਹਿ ਢੇਰੀ ਕੀਤੇ ਜਾ ਰਹੇ ਨੇ ਤੇ ਇਹਨਾਂ ਦਾ ਧਰਮ ਬੜਾ ਖਤਰੇ 'ਚ ਆ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਪਿਤਾ ਜੀ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ, ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਕੋਈ ਬਹੁਤ ਬਲੀ ਦਾਨ ਹੋਵੇ, ਯੋਧਾ ਹੋਵੇ, ਮਹਾਨ ਤਪਸਵੀ ਹੋਵੇ, ਪੂਰਨ ਬ੍ਰਹਮ ਗਿਆਨੀ ਹੋਵੇ, ਉਹ ਆਪਣੇ ਸੀਸ ਦਾ ਬਲੀਦਾਨ ਦੇਵੇ ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਦੋਂ ਵੱਡਾ, ਤੁਹਾਡੇ ਤੋਂ ਵੱਡਾ ਬਲੀਦਾਨ ਕੌਣ ਹੋਰ ਹੋ ਸਕਦਾ। ਤੁਸੀਂ ਬੜੇ ਯੋਧੇ ਹੋ, ਤੁਸੀਂ ਬੜੇ ਯੋਧੇ ਹੋ, ਪਰਉਪਕਾਰੀ ਵੀ ਹੋ, ਤੁਹਾਡੇ ਤੋਂ ਵੱਡਾ ਕੋਈ ਬਲੀਦਾਨ ਹੋਰ ਨਹੀਂ ਹੋ ਸਕਦਾ। ਮਹਾਰਾਜ ਜੀ ਕਹਿੰਦੇ, ਐ ਗੋਬਿੰਦ, ਐ ਗੋਬਿੰਦ ਰਾਏ, ਜੇ ਮੈਂ ਕੁਰਬਾਨੀ ਆਪਣੇ ਸੀਸ ਦਾ ਬਲੀਦਾਨ ਦਿਆਂਗਾ ਤਾਂ ਤੂੰ ਨਾਥ ਹੋ ਜਾਏਗਾ, ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਗੁਰੂ ਪਿਤਾ ਜੀ, ਜੇ ਮੇਰੇ ਇਕੱਲੇ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠਦਾ ਨਾ, ਮੇਰੇ ਵਰਗੇ ਲੱਖਾਂ ਭਰਾਵਾਂ ਦੇ ਪਿਤਾ ਬਚ ਜਾਣਗੇ, ਉਹ ਨਾਥ ਹੋਣ ਤੋਂ ਬਚ ਜਾਣਗੇ। ਆਖੋ ਸਤਨਾਮ ਵਾਹਿਗੁਰੂ ਜੀ। ਤੁਸੀਂ ਇਹਨਾਂ ਦਾ ਡੁੱਬਦਾ ਧਰਮ ਬਚਾਓ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਹਿੰਦੂਆਂ ਨੂੰ ਕਹਿਣ ਲੱਗੇ, ਕਹਿੰਦੇ ਜਾਓ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ। ਤਾਂ ਗੁਰਮੁਖ ਪਿਆਰਿਓ, ਹਿੰਦੂਆਂ ਨੂੰ ਕਹਿੰਦੇ ਜਾਓ ਔਰੰਗਜ਼ੇਬ ਨੂੰ ਕਹਿ ਦਿਓ, ਔਰੰਗਜ਼ੇਬ ਨੂੰ ਕਹਿ ਦਿਓ ਜਾ ਕੇ ਕਿ ਜੇ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੁਸਲਮਾਨ ਬਣਾ ਲਓ ਨਾ, ਤਾਂ ਅਸੀਂ ਆਪਣੇ ਆਪ ਸਾਰੇ ਮੁਸਲਮਾਨ ਬਣ ਜਾਵਾਂਗੇ। ਅਸੀਂ ਆਪਣੇ ਆਪ ਸਾਰੇ ਹੀ ਮੁਸਲਮਾਨ ਬਣ ਜਾਵਾਂਗੇ। ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ। ਫਿਰ ਗੁਰਮੁਖ ਪਿਆਰਿਓ, ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਮੰਨਿਆ
ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਗਏ, ਸੀਸ ਦੇ ਦਿੱਤਾ। ਸੀਸ ਦਿਆ ਪਰ ਸਿਰ ਨਾ ਦਿਆ, ਮਤਲਬ ਧਰਮ ਨਹੀਂ ਛੱਡਿਆ ਤੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਤਾਂ ਗੁਰਮੁਖ ਪਿਆਰਿਓ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤ ਵੱਡੇ ਪਰਉਪਕਾਰੀ ਹੋਏ ਨੇ। ਜਦੋਂ ਸਤਿਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤਾਂ ਗੁਰਮੁਖ ਪਿਆਰਿਓ, ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਨਾ ਮਹਾਰਾਜ ਜੀ ਕਹਿੰਦੇ, ਐ ਖਾਲਸਾ ਪੰਥ ਜੀ, ਐ ਖਾਲਸਾ ਜੀ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਮੈਨੂੰ ਵੀ ਖੰਡੇ ਵਾਟੇ ਦੀ ਪਹੁਲ ਦੇ ਦਿਓ। ਪੰਜ ਪਿਆਰਿਆਂ ਨੇ ਕਹਿਣਾ ਕੀਤਾ, ਸੱਚੇ ਪਾਤਸ਼ਾਹ, ਅਸੀਂ ਖੰਡੇ ਵਾਟੇ ਪਿੱਛੇ ਆਪਣੇ ਸੀਸ ਦਿੱਤੇ ਆ, ਤੁਸੀਂ ਕੀ ਦਿਓਗੇ? ਮਹਾਰਾਜ ਜੀ ਕਹਿੰਦੇ, ਮੈਂ ਵੀ ਆਪਣਾ ਸੀਸ ਦੇ ਦਿਆਂਗਾ। ਸੱਚੇ ਪਾਤਸ਼ਾਹ, ਗੁਰੂ ਵੀ ਸੀਸ ਦੇਵੇ ਤੇ ਸਿੱਖ ਵੀ ਸੀਸ ਦੇਵੇ, ਫਿਰ ਕੋਈ ਫਰਕ ਨਹੀਂ ਰਹਿ ਗਿਆ। ਮਹਾਰਾਜ ਜੀ ਕਹਿੰਦੇ, ਐ ਖਾਲਸਾ ਪੰਥ ਜੀ, ਮੈਨੂੰ ਖੰਡੇ ਵਾਟੇ ਦਾ ਪਹੁਲ ਦਿਓ, ਮੈਂ ਆਪਣਾ ਸਾਰਾ ਸਰਬੰਸ ਹੀ ਵਾਰ ਦਿਆਂਗਾ। ਆਖੋ ਸਤਨਾਮ ਵਾਹਿਗੁਰੂ ਜੀ। ਮੈਂ ਸਮਾਂ ਆਉਣ ਤੇ ਆਪਣਾ ਸਾਰਾ ਸਰਬੰਸ ਹੀ ਵਾਰ ਦਿਆਂਗਾ, ਮੈਨੂੰ ਸਿੱਖੀ ਦੀ ਪਹੁਲ ਦੇ ਦਿਓ। ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਆਪੇ ਗੁਰ ਆਪੇ ਚੇਲਾ ਗੁਰੂ ਬਣ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਚੇਲਾ ਬਣ ਕੇ ਫਿਰ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਮਹਾਰਾਜ ਜੀ ਕਹਿੰਦੇ, ਆਪਣਾ ਸਾਰਾ ਪਰਿਵਾਰ ਹੀ ਭਰ ਦਾਂਗਾ, ਸਰਬੱਤ ਦਾਨ ਕਰ ਦਿਆਂਗਾ। ਐ ਖਾਲਸਾ ਜੀ, ਮੈਨੂੰ ਖੰਡੇ ਵਾਟੇ ਦੀ ਪਹੁਲ ਦੇ ਦਿਓ। ਫਿਰ ਬਾਰਿਆਂ ਨੇ ਦੇਖੋ ਸਾਰਾ ਪਰਿਵਾਰ, ਮਾਤਾ ਬਾਰ ਦਿੱਤੀ, ਪਿਤਾ ਬਾਰ ਦਿੱਤਾ, ਚਾਰ ਸਾਹਿਬਜ਼ਾਦੇ ਬਾਰ ਦਿੱਤੇ, ਆਪਣੇ ਭੂਆ ਫੁੱਫੀ ਦੇ ਮਾਮਿਆਂ ਦੇ ਪੁੱਤਰ 22 ਸਿੰਘ, 22 ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸ਼ਹੀਦ ਕਰਾਏ ਨੇ। 22 ਕਿੱਡਾ ਵੱਡਾ ਪਰਉਪਕਾਰ ਸਾਡੇ ਦੇ ਉੱਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ। अगर ना होते गुरु गोविंद सिंह ता सुन्नत होती सबकी। जे गुरु गोविंद सिंह महाराज ना होंदे ना, माफ कर दिओ, आवाज़ बड़ी दूर तक जाती है, लाइव चल रहा, मुसलमान भरा भी सुनते होने। अगर ना होते गुरु गोविंद सिंह ता सुन्नत होती सबकी। अज ना गुरुद्वारे होने सी ते ना मंदिर होने सी, की होना सी? सारे पासे अल्लाहू अल्लाह अल्लाहू अल्लाह होनी सी। क्योंकि मंदिर ढाए ढेरी किए जा रहे सी। औरंगजेब दो धर्मां तो एक धर्म करना चाहता सी, भी दो धर्मां नूं खत्म कर दिया ते एक धर्म मुसलमान धर्म रह जाए। ये नीति सी औरंगजेब की। फिर गुरमुख प्यारे कलगीधर पातशाह गुरु गोबिंद सिंह महाराज नूं थापड़ा दे के संसार दे उत्ते भेजिया। सतगुरु कलगीधर पातशाह गुरु गोबिंद सिंह महाराज आए इसे करके सी कि बिगड़े तिगड़िया नूं सिद्धिया करन वास्ते।
महाराज जी ने साफ कह दिता सी। महाराज जी कहते सुन लो सब माई भाई, जो जो अकाल पुरख हुक्म करता जाएगा ओही ओही करते जावांगे। आखो सतनाम वाहिगुरु जी। जो जो अकाल पुरख जी हुक्म करते जाणगे ना ओही हुक्म मनते जावांगे, ओही करते जावांगे। तो गुरमुख प्यारिओ, आओ आपां बहुतियां विचारां ਵੱਲ ना जाइए, उती सुरत नूं लईए जिथे सतगुरु कलगीधर पातशाह गुरु गोबिंद सिंह महाराज जिन्हां ने सरसा दे कंढे दे उत्ते डेरा लाया और निक्कियां निक्कियां जिंदा 7 साल ते 9 साल दे मासूम बच्चे सरसा नदी दे किनारे दे उत्ते डेरा लाया। आपां कह दिन्ने भी डेरा लाया, पर गुरमुख प्यारे वो समा महसूस करके वेखो। आपां सुनते आ ते सुनान वाले सुना देंदे ते सुनने वाले सुन लैंदे आ, पर उन्हों असली अमल दे विच नहीं लियाते। उन्हों असली अमल दे विच नहीं लियाते। जे उस समय नूं महसूस करिए ना, रात नूं चलो गिले कपड़े दा की करने ने, इसे तरह सुके कपड़े दाले कपड़ा ना कोई लियो। इसे तरह सुके कपड़े बाहर बैठ जियो ते तुहानू अपने आप ही पता लग जाएगा भी गुरु जी ने ते गुरु दे साहिबजादियां ने ਸਿੰਘਾਂ ने ਉਹ रात किवें कट्टी होनी। ਉਹ रात किवें कट्टी होनी, साहिबजादे किवें रात बच्चियां ने सहारी होनी। मां अपने पुत्र नूं रजाई दे विच बाड़ बाड़ के रखदी है, किते मेरे पुत दी जे किते लत्त बाह बाहर निकल जाए ना ते लत्त फड़ के बच्चे दी रजाई दे विच कर दिया, किते मेरे पुत्र नूं ठंड ना लग जाए। बच्चियां वालिओ, पुत्रां वालिओ, वो समा महसूस करया करो। कलगीधर पातशाह गुरु गोबिंद सिंह महाराज जी दे निक्के निक्के बच्चे किवें उन्होंने ठंड महसूस की होनी, किवें उन्होंने रात कट्टी होनी, थर थर कंबदे होने, कंबनी लगी होनी, कंबनी सिड़ी होनी। सतगुरु कलगीधर पातशाह गुरु गोबिंद सिंह महाराज जी ने वो समा वो रात वो किवें कट्टी होनी, बच्चियां ने किवें रात कट्टी होनी, किवें समा हंडाया होना। रात नूं बाहर बैठ के देखियो, महसूस करियो, पता लग जाएगा। अमृत वेला होया, सतगुरु कलगीधर पातशाह गुरु गोबिंद सिंह महाराज दे माता माता गुजर कौर तां गुरमुख प्यारिओ अपने पोतरिਆਂ ਨੂੰ किवें गोद दे विच लैंदे होने, किवें उन्होंने रात बिताई होनी,
ਕੋਲ ਕੋਈ ਕੱਪੜਾ ਨਹੀਂ ਸੀ ਦਾਣੇ ਲੈਣ ਵਾਸਤੇ। ਜਿਹੜੇ ਕੱਪੜੇ ਪਾਏ ਸੀ ਨਾ, ਉਹ ਵੀ ਕੱਪੜੇ ਭਿੱਜੇ ਹੋਏ ਸੀ। ਬੂੰਦਾਬਾਂਦੀ ਥੋੜ੍ਹੀ ਥੋੜ੍ਹੀ ਕਣੀ, ਜਿਵੇਂ ਅੱਜ ਕਣੀਆਂ ਪੈ ਰਹੀਆਂ ਸੀ ਥੋੜ੍ਹੀਆਂ ਥੋੜ੍ਹੀਆਂ, ਇਸ ਤਰ੍ਹਾਂ ਕਣੀਆਂ ਉੱਪਰ ਕਣੀਆਂ ਪੈ ਰਹੀਆਂ ਨੇ ਤੇ ਬੜੀ ਠੰਡ ਆ, ਕੋਰਾ ਜੰਮ ਰਿਹਾ। ਸਾਹਿਬਜ਼ਾਦਿਆਂ ਨੂੰ ਕੰਬਣੀ ਛਿੜ ਗਈ ਹੋਣੀ, ਕਿਵੇਂ ਉਹਨਾਂ ਦੀ ਰਾਤ ਬਤੀਤ ਹੋਈ। ਅੰਮ੍ਰਿਤ ਵੇਲਾ ਹੋਇਆ। ਮਹਾਰਾਜ ਜੀ ਕਹਿਣ ਲੱਗੇ, ਸਿੰਘੋ ਭੁੱਖ ਲੱਗੀ ਆ। ਸਿੰਘ ਕਹਿਣ ਲੱਗੇ, ਸੱਚੇ ਪਾਤਸ਼ਾਹ ਕੀ ਖਾਣ ਨੂੰ ਦਈਏ? ਇੱਥੇ ਕੁਝ ਖਾਣ ਨੂੰ ਵੀ ਨਹੀਂ ਹੈ। ਮਹਾਰਾਜ ਜੀ ਕਹਿੰਦੇ, ਸਿੰਘੋ ਖਾਣ ਦੀ ਭੁੱਖ ਨਹੀਂ ਲੱਗੀ। ਭਾਈ ਦਇਆ ਸਿੰਘ ਜੀ, ਸੱਚੇ ਪਾਤਸ਼ਾਹ ਆਪ ਜੀ ਨੂੰ ਕੀ ਖਾਣ ਨੂੰ ਦਈਏ? ਨਾ ਕੋਈ ਚੁੱਲ੍ਹਾ, ਨਾ ਕੋਈ ਚੌਂਕਾ ਹੈ, ਨਾ ਕੋਈ ਰਸਤ ਤੇ ਨਾ ਕੋਈ ਵਸਤ ਹੈ, ਕੀ ਖਾਣ ਨੂੰ ਦਈਏ? ਮਹਾਰਾਜ ਜੀ ਕਹਿੰਦੇ, ਸਿੰਘੋ ਖਾਣ ਦੀ ਭੁੱਖ ਨਹੀਂ ਲੱਗੀ, ਸਾਚੇ ਨਾਮ ਕੀ ਲਾਗੇ ਭੁੱਖ। ਮਹਾਰਾਜ ਜੀ ਕਹਿੰਦੇ, ਆਨੰਦਪੁਰ ਦੇ ਵਿੱਚ ਕੀ ਕਰਦੇ ਸੀ? ਸੱਚੇ ਪਾਤਸ਼ਾਹ ਆਸਾ ਦੀ ਵਾਰ ਦਾ ਕੀਰਤਨ ਕਰਦੇ ਸੀ। ਮਹਾਰਾਜ ਜੀ ਕਹਿੰਦੇ, ਫਿਰ ਆਸਾ ਦੀ ਵਾਰ ਦਾ ਕੀਰਤਨ ਕਰੋ। ਮਹਾਰਾਜ ਜੀ ਨਾ ਕੋਈ ਜੋੜੀ, ਨਾ ਕੋਈ ਸੈਣਾ, ਨਾ ਕੋਈ ਵਾਜਾ। ਮਹਾਰਾਜ ਜੀ ਕਹਿੰਦੇ, ਬਿਨਾਂ ਸਾਜ਼ਾਂ ਤੋਂ ਆਸਾ ਦੀ ਵਾਰ ਦਾ ਕੀਰਤਨ ਕਰੋ। ਤਾਂ ਗੁਰਮੁਖ ਪਿਆਰਿਓ, ਸਿੰਘਾਂ ਨੇ ਦੁੱਖ ਦੇ ਵਿੱਚ ਵੀ ਸੁੱਖ ਦੇ ਵਿੱਚ ਵੀ ਆਸਾ ਦੀ ਵਾਰ ਦਾ ਕੀਰਤਨ ਨਹੀਂ ਛੱਡਿਆ। ਅੰਮ੍ਰਿਤਸਰ ਜਦੋਂ 84 ਦਾ ਅਟੈਕ ਹੋਇਆ ਨਾ, ਅੰਮ੍ਰਿਤਸਰ ਜਦੋਂ 84 ਦਾ ਅਟੈਕ ਹੋਇਆ, ਅੰਮ੍ਰਿਤ ਵੇਲੇ ਗੋਲੀ ਚੱਲਣੀ ਸ਼ੁਰੂ ਹੋਈ। ਗੋਲੀਆਂ ਮਹਾਰਾਜ ਦੇ ਸਰੂਪ ਦੇ ਵਿੱਚ ਵੀ ਵੱਜੀਆਂ ਤੇ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ ਤੇ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਨਹੀਂ ਛੱਡਿਆ ਸੀ। ਆਖੋ ਸਤਨਾਮ ਵਾਹਿਗੁਰੂ ਜੀ। ਗੋਲੀਆਂ ਚੱਲਦੇ ਦੇ ਵਿੱਚ ਤਾਂ ਗੁਰਮੁਖ ਪਿਆਰਿਓ, ਅੱਜ ਦਾ ਸਿੱਖ ਕਈ ਕਹਿਣਗੇ ਜੀ ਛੱਡੋ ਆਸਾ ਦੀ ਵਾਰ ਨੂੰ, ਕੀ ਹੈ ਬਾਬਾ ਜੀ, ਇੱਥੇ ਕਿੰਨੇ ਆਉਣਾ, ਕਿੰਨੇ ਜਾਣਾ, ਕਿੰਨੇ ਸੁਣਨਾ। ਅਸੀਂ ਲੋਕਾਂ ਨੂੰ ਨਹੀਂ ਦੇਖਣਾ ਵੀ ਕੌਣ ਆਉਂਦਾ ਤੇ ਕੌਣ ਜਾਂਦਾ, ਨਾ ਇਹ ਰੱਬ ਦੇ ਪਿਆਰਿਆਂ ਦਾ ਬਾਦਸ਼ਾਹ ਹੁੰਦਾ। ਉਹਨਾਂ ਨੇ ਆਪਣੀ ਸੁਰਤ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਲੈਣੀ ਹੈ, ਲਿਵ ਲੱਗ ਜਾਂਦੀ ਆ। ਕੋਈ ਆਂਦਾ ਹੈ, ਕੋਈ ਜਾਂਦਾ ਹੈ, ਉਹਨਾਂ ਵੱਲ ਕੋਈ ਖਿਆਲ ਨਹੀਂ ਹੁੰਦਾ। ਉਹ ਆਪਣੀ ਸੁਰਤ ਨੂੰ ਪਰਮਾਤਮਾ ਦੇ ਨਾਲ ਜੋੜਦੇ ਆ। ਤਾਂ ਗੁਰਮੁਖ ਪਿਆਰਿਓ, ਆਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਭੋਗ ਪਾਇਆ ਤੇ ਸਤਿਗੁਰੂ ਜੀ ਭੋਗ ਤੋਂ ਉਪਰੰਤ ਮਹਾਰਾਜ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ। ਦਿਨ ਚੜ੍ਹ ਗਿਆ। ਮਹਾਰਾਜ ਜੀ ਕਹਿੰਦੇ, ਸਿੰਘੋ ਦਰਿਆ ਪਾਰ ਕਰਨਾ ਹੈ। ਸਤ ਬਚਨ ਮਹਾਰਾਜ। ਦਿਨ ਚੜ ਗਿਆ। ਪਿੱਛੇ ਵੇਖਦੇ ਨੇ, ਘਮਸਾਣ ਦਾ ਜੰਗ ਸ਼ੁਰੂ ਹੋ ਗਿਆ। ਪਿੱਛੇ ਦੇਖਦੇ ਆ ਤਾਂ ਮੌਤ ਹੀ ਮੌਤ। ਅੱਗੇ ਵੇਖਦੇ ਆ ਤੇ ਦਰਿਆ ਭਰਿਆ ਆ ਰਿਹਾ ਹੈ। ਵਿਚਾਲੇ ਸਤਿਗੁਰੂ, ਭੁੱਖਣ ਭਾਣੇ ਸਿੰਘ ਤੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ, ਗੁਰੂ ਕੇ ਮਹਿਲ, ਮਾਤਾ ਜੀਤਾਂ ਜੀ। ਜਦੋਂ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਪੌਣੇ 3 ਸਾਲ ਦੇ ਸੀ, ਜਦੋਂ ਵੱਡੇ ਸਾਹਿਬਜ਼ਾਦਿਆਂ ਨੂੰ ਛੱਡ ਕੇ ਸ਼ਹੀਦ ਹੋ ਗਏ ਸਨ। ਮਾਤਾ ਗੁਜਰ ਕੌਰ ਨੇ ਪੋਤਰਿਆਂ ਨੂੰ ਪਾਲਿਆ। ਤਾਂ ਗੁਰਮੁਖ ਪਿਆਰਿਓ, ਜਿਹੜੇ ਛੋਟੇ ਸਾਹਿਬਜ਼ਾਦੇ ਸੀ
ਮਾਤਾ ਸੁੰਦਰੀ ਜੀ ਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ, ਇਹ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਪੈਦਾ ਹੋਏ। ਤੀਸਰੇ ਮਾਤਾ ਸਾਹਿਬ ਦੇਵਾਂ ਜੀ ਹੋਏ ਨੇ, ਜਿਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸਰੀਰਕ ਕੋਈ ਸੰਬੰਧ ਨਹੀਂ ਸੀ। ਉਹਨਾਂ ਨੂੰ ਖਾਲਸੇ ਦੀ ਮਾਤਾ ਦਾ ਖਿਤਾਬ ਦਿੱਤਾ। ਤਾਂ ਸਰਸਾ ਦੇ ਨਦੀ ਦੇ ਉੱਤੇ ਗੁਰਮੁਖ ਪਿਆਰਿਓ ਸਾਰੇ ਹੀ 6 ਪੋਹ ਨੂੰ ਇਕੱਠਾ ਪਰਿਵਾਰ ਸਾਰਾ ਉਹ ਰਾਤ, ਉਹ ਗੁਰਮੁਖ ਪਿਆਰਿਓ 6 ਪੋਹ ਦੀ ਰਾਤ ਜਿਹੜੀ ਬਤੀਤ ਹੋਈ ਹੈ ਨਾ, ਉਹ ਰਾਤ ਨੂੰ ਸਾਰਾ ਪਰਿਵਾਰ, ਸਾਰੇ ਸਿੰਘ ਇਕੱਠੇ ਸੀ। ਮਹਾਰਾਜ ਜੀ ਕਹਿੰਦੇ, ਸਿੰਘੋ ਦਰਿਆ ਪਾਰ ਕਰਨਾ ਹੈ, ਮੇਰੇ ਪਿੱਛੇ ਪਿੱਛੇ ਸਾਰਿਆਂ ਨੇ ਆ ਜਾਣਾ। ਮਹਾਰਾਜ ਜੀ ਕਹਿੰਦੇ, ਨਾ ਸੱਚੇ ਪਾਤਸ਼ਾਹ, ਸਿੰਘ ਕਹਿਣ ਲੱਗੇ, ਨਾ ਸੱਚੇ ਪਾਤਸ਼ਾਹ ਜੀ, ਪਹਿਲਾਂ ਦਰਿਆ ਦੇ ਵਿੱਚ ਅਸੀਂ ਵੜਾਂਗੇ, ਅਸੀਂ ਦਰਿਆ ਦੇ ਵਿੱਚ ਵੜਾਂਗੇ। ਮਹਾਰਾਜ ਕਹਿਣ ਲੱਗੇ, ਨਹੀਂ ਸਿੰਘੋ, ਪਹਿਲਾਂ ਮੈਂ ਬਣਾਂਗਾ। ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਪਾਣੀ ਬੜਾ ਡੂੰਘਾ, ਜੇ ਤੁਹਾਨੂੰ ਕੁਛ ਹੋ ਗਿਆ ਤਾਂ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ। ਤੁਹਾਨੂੰ ਕੁਛ ਹੋ ਗਿਆ, ਤੁਹਾਡੇ ਵਰਗਾ ਗੁਰੂ ਅਸੀਂ ਨਹੀਂ ਬਣਾ ਸਕਾਂਗੇ, ਤੇ ਜੇ ਸਾਨੂੰ ਕੁਝ ਹੋ ਗਿਆ ਤੇ ਸਾਡੇ ਵਰਗੇ ਤਾਂ ਤੁਸੀਂ ਲੱਖਾਂ ਸਿੰਘ ਸਾਜ ਲਓਗੇ, ਲੱਖਾਂ ਸਿੰਘ ਬਣਾ ਲਓਗੇ। ਮਹਾਰਾਜ ਜੀ ਕਹਿੰਦੇ, ਨਹੀਂ ਸਿੰਘੋ, ਸਤ ਕਰਤਾਰ ਕਹੋ, ਤੁਹਾਨੂੰ ਤੁਹਾਡੀਆਂ ਜਾਨਾਂ ਵੀ ਮੈਨੂੰ, ਜਿੰਨੀਆਂ ਮੇਰੀ ਜਾਨ ਤੁਹਾਨੂੰ ਪਿਆਰੀ ਹੈ, ਉਦੋਂ ਵੱਧ ਕੇ ਤੁਹਾਡੀਆਂ ਜਾਨਾਂ ਮੈਨੂੰ ਪਿਆਰੀਆਂ ਨੇ। ਤੁਸੀਂ ਮੇਰੇ ਨਾਲ ਦੁੱਖ ਦੇ ਵਿੱਚ, ਭੁੱਖ ਦੇ ਵਿੱਚ ਖੜੇ ਹੋ। ਮਹਾਰਾਜ ਜੀ ਕਹਿੰਦੇ, ਹੁਕਮ ਮੰਨੋ। ਸਿੰਘਾਂ ਨੇ ਹੁਕਮ ਮੰਨ ਕੇ ਸਤਿਗੁਰੂ ਜੀ ਨੇ ਘੋੜਾ ਨੀਲਾ ਦਰਿਆ ਦੇ ਵਿੱਚ ਜਦੋਂ ਬਾੜਿਆ, ਗੁਰਮੁਖ ਪਿਆਰਿਓ, ਘੋੜਾ ਵੀ ਪਾਣੀ ਦੇ ਵਿੱਚ ਡੁੱਬਦਾ ਜਾਏ। ਸੋ ਦੁੱਖ ਕੈਸਾ ਪਾਵੇ, ਜਿਸਦਾ ਰਾਖਾ ਹੈ ਪਰਮਾਤਮਾ। ਹੁਣ ਸਤਿਗੁਰੂ ਆਪ ਖੁਦ ਪਰਮਾਤਮਾ ਸਨ, ਪਰਮੇਸ਼ਰ ਦਾ ਰੂਪ ਸਨ। ਜਦੋਂ ਦਰਿਆ ਦੇ ਵਿੱਚ ਬੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਨਿਕਲੇ ਕਿੰਨੇ, ਕੱਲ ਆਪ ਜੀ ਨੇ ਇਤਿਹਾਸ ਸਰਵਣ ਕੀਤਾ, 38 ਸਿੰਘ, 2 ਸਾਹਿਬਜ਼ਾਦੇ, 40 ਤੇ 41ਵੇਂ ਸਤਿਗੁਰੂ ਆਪ। ਇਹ ਚਮਕੌਰ ਸਾਹਿਬ ਦਾ ਇਤਿਹਾਸ ਆਪਾਂ ਨੇ ਕੱਲ ਸਰਵਣ ਕੀਤਾ। ਇੱਥੇ ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਐਦੂ ਵੱਡਾ ਦੁਨੀਆ ਦੇ ਉੱਤੇ ਕੋਈ ਵਿਛੋੜਾ ਨਾ ਸੁਣਿਆ, ਨਾ ਸੁਣਨਾ, ਨਾ ਹੀ ਪੈਣਾ ਹੈ। ਉਹ ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਗੁਰੂ ਜੀ ਦੇ ਪਰਿਵਾਰ ਦਾ। ਨਦੀ ਤੇ ਵਿਛੋੜਾ ਪੈ ਗਿਆ, ਨਿੱਕੇ ਨਿੱਕੇ ਬੱਚਿਆਂ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਗੁਰੂ ਜੀ ਦੇ ਪਰਿਵਾਰ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਗੁਰੂ ਜੀ ਦੇ ਪਰਿਵਾਰ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਗੁਰੂ ਜੀ ਦੇ ਪਰਿਵਾਰ ਦਾ। ਸਰਸਾ ਨਦੀ ਤੇ ਵਿਛੋੜਾ ਪੈ, ਓ
ਜੀ ਦੇ ਪਰਿਵਾਰ ਦਾ ਪਿਆਰੇ ਜੀ ਗੁਰੂ ਜੀ ਦੇ ਪਰਿਵਾਰ ਦਾ ਪਿਆਰਿਓ ਗੁਰੂ ਜੀ ਦੇ ਪਰਿਵਾਰ ਦਾ ਪਿਆਰੇ ਜੀ 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 ਗੁਰੂ ਜੀ ਦੇ ਪਰਿਵਾਰ ਦਾ ਸੰਗ ਤੇ 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 ਗੁਰੂ ਜੀ ਦੇ ਪਰਿਵਾਰ ਦਾ ਤੇ ਗੁਰੂ ਜੀ ਦੇ ਪਰਿਵਾਰ ਦਾ ਸੰਗ ਤੇ ਉਹ ਸਰਸਾ ਨਦੀ ਤੇ ਵਿਛੋੜਾ ਰੱਬਾ ਪੈ ਗਿਆ ਗੁਰੂ ਜੀ ਦੇ ਪਰਿਵਾਰ ਦਾ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਨਿੱਕੇ ਨਿੱਕੇ ਬੱਚਿਆਂ ਦਾ ਸਰਸਾ ਨਦੀ ਦੇ ਤੇ ਵਿਛੋੜਾ ਪੈ ਗਿਆ ਨਿੱਕੇ ਨਿੱਕੇ ਬੱਚਿਆਂ ਦਾ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਗੁਰੂ ਜੀ ਦੇ ਪਰਿਵਾਰ ਦਾ ੜਾ ਪੈ ਗਿਆ ਗੁਰੂ ਜੀ ਦੇ ਲਾਲਾਂ ਦਾ ਸਰਸਾ ਨਦੀ ਤੇ ਵਿਛੋੜਾ ਪੈ ਹੋ ਗੁਰੂ ਜੀ ਦੇ ਪਰਿਵਾਰ ਦਾ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਗੁਰੂ ਜੀ ਦੇ ਪਰਿਵਾਰ ਦਾ ਗੁਰਮੁਖ ਪਿਆਰੇ ਉਹ ਸਮਾਂ ਕੈਸਾ ਹੋਏਗਾ ਨਿੱਕੇ ਨਿੱਕੇ ਸਾਹਿਬਜ਼ਾਦੇ ਕਿਵੇਂ ਪਾਣੀ ਦੇ ਵਿੱਚ ਡੁਬਕੀਆਂ ਖਾਂਦੇ ਹੋਣੇ ਕਿਵੇਂ ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਾਂਭ ਕੇ ਰੱਖਿਆ ਹੋਏਗਾ ਬੜੇ ਗੁਰਮੁਖ ਪਿਆਰਿਓ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰ ਨਿਕਲੀ ਗਿਣਤੀ ਦੇ 41 ਸਤਿਗੁਰੂ ਸਮੇਤ ਚਮਕੌਰ ਦੀ ਗੜੀ ਵੱਲ ਨੂੰ ਤੇ ਮਾਤਾ ਸਾਹਿਬ ਦੇਵਾ ਮਾਤਾ ਸੁੰਦਰੀ ਜੀ ਅਤੇ ਭਾਈ ਮਣੀ ਸਿੰਘ ਇੱਕ ਦੋ ਸਿੰਘਾਂ ਸਮੇਤ ਇਹ ਦਿੱਲੀ ਵੱਲ ਨੂੰ ਮਾਤਾ ਗੁਜਰ ਕੌਰ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹ ਇੱਕ ਪਾਸੇ ਜੰਗਲਾਂ ਵੱਲ ਨੂੰ ਚਲੇ ਗਏ ਪਤਾ ਨਹੀਂ ਕਿਵੇਂ ਦਰਿਆ ਨੇ ਪਾਣੀ ਦੇ ਸੱਲਾਂ ਮਾਰੀਆਂ ਹੋਣਗੀਆਂ ਕਿਵੇਂ ਪਾਣੀ ਦੀ ਲਪੇਟ ਦੇ ਵਿੱਚ ਆਏ ਹੋਣੇ ਕਿਵੇਂ ਦਰਿਆ ਦੇ ਕੰਢੇ ਲੱਗੇ ਤੇ ਗੁਰਮੁਖ ਪਿਆਰਿਓ ਚੱਲ ਕੇ ਜੰਗਲ ਵੱਲ ਨੂੰ ਵੜ ਗਏ ਬਾਕੀ ਸਾਰੇ ਸਿੰਘ ਸਿੰਘਣੀਆਂ ਸ਼ਹੀਦ ਦਰਿਆ ਦੇ ਸਰਸੇ ਦੇ ਵਿੱਚ ਸ਼ਹੀਦ ਹੋ ਗਏ ਆਖੋ ਸਤਨਾਮ ਵਾਹਿਗੁਰੂ ਜੀ ਸਰਸਾ ਨਾਰਾ ਗੁਰੂ ਕਾ ਮਾਰਾ ਅੱਜ ਜਦੋਂ ਸਿੰਘ ਜਾਂਦੇ ਨੇ ਨਾ ਆਨੰਦਪੁਰ ਸਾਹਿਬ ਨੂੰ ਤਾਂ ਸਰਸੇ ਦੇ ਜੁੱਤੀਆਂ ਮਾਰਦੇ ਆ ਕਿਉਂ ਕਿ ਸਾਡੇ ਦਿਲਾਂ ਦਾ ਜਾਨੀ ਖੋਲਿਆ ਔਰ ਗੁਰੂ ਕੇ ਪਰਿਵਾਰ ਦਾ ਵੱਡਾ ਭਾਰੀ ਵਿਛੋੜਾ ਪਿਆ ਇਸ ਕਰਕੇ ਗੁਰਮੁਖ ਪਿਆਰਿਓ
ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਛੋਟੇ ਸਾਹਿਬਜ਼ਾਦੇ ਹੁਣ ਜੰਗਲਾਂ ਦੇ ਵਿੱਚ ਕੱਪੜੇ ਠੰਡੇ ਪਾਣੀ ਦੇ ਨਾਲ ਭਿੱਜੇ ਹੋਏ ਨੇ। ਸਾਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਜੋੜਾ ਨਾ ਰਿਹਾ, ਥੱਲੇ ਘੋੜਾ ਨਾ ਰਿਹਾ, ਕੋਲ ਮਾਤਾ ਪਿਤਾ ਨਾ ਰਹੇ। ਤੇ ਗੁਰਮੁਖ ਪਿਆਰਿਓ, ਮਾਤਾ ਗੁਜਰ ਕੌਰ ਰਾਤ ਦਾ ਹਨੇਰਾ, ਸਤਪੋ ਦਾ ਹਨੇਰਾ ਲੈ ਕੇ ਜੰਗਲਾਂ ਦੇ ਵਿੱਚ ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਨੂੰ ਲਈ ਜਾਂਦੀ ਆ। ਬੜੀ ਠੰਡ ਪੈ ਰਹੀ ਆ, ਬੜਾ ਕੱਕਰ ਪੈ ਰਿਹਾ ਹੈ, ਧੁੰਦ ਬੜੀ ਆ, ਧੁੰਦ ਬੜੀ ਆ ਤੇ ਉੱਤੋਂ ਹਨੇਰਾ ਜੰਗਲ ਦਾ, ਜੰਗਲ ਬਿਆਬਾਨ ਦਾ ਰਸਤਾ। ਤੇ ਸਾਹਿਬਜ਼ਾਦੇ ਥਰ ਥਰ ਕੰਬ ਰਹੇ ਨੇ। ਤਾਂ ਗੁਰਮੁਖ ਪਿਆਰਿਓ, ਦਾਦੀ ਮਾਂ ਕਦੇ ਉਹ ਪੋਤਰੇ ਨੂੰ ਗਲ ਦੇ ਨਾਲ ਲਾਉਂਦੀ ਆ ਤੇ ਕਦੇ ਜੁਝਾਰ ਸਿੰਘ ਨੂੰ ਗਲ ਦੇ ਨਾਲ, ਵਾਹਿਗੁਰੂ, ਕਦੇ ਫਤਿਹ ਸਿੰਘ ਨੂੰ ਗਲ ਦੇ ਨਾਲ ਲਾਉਂਦੀ ਆ, ਕਦੇ ਜੋਰਾਵਰ ਸਿੰਘ ਨੂੰ ਗਲ ਦੇ ਨਾਲ ਲਾਉਂਦੀ ਆ। ਦੋਵਾਂ ਪੁੱਤਰਾਂ ਨੂੰ ਠੰਡ ਤੋਂ ਬਚਾਉਂਦੀ ਆ। ਕਦੇ ਗੋਦੀ ਚੁੱਕ ਕੇ ਤੁਰਦੀ ਆ, ਜਦੋਂ ਥੱਕ ਜਾਂਦੀ ਆ ਫਿਰ ਬੱਚਿਆਂ ਨੂੰ ਤੋਰ ਕੇ ਲਿਜਾਂਦੀ ਆ। ਪੈਰਾਂ ਦੇ ਵਿੱਚ ਸਾਲੇ ਹੋ ਗਏ, ਥਰ ਥਰ ਕੰਬਦੇ ਨੇ। ਜੰਗਲ ਦੇ ਵਿੱਚ ਛੋਟੇ ਸਾਹਿਬਜ਼ਾਦੇ ਠਰੂ ਠਰੂ ਕਰਦੇ ਫਿਰਦੇ ਆ। ਤਾਂ ਗੁਰਮੁਖ ਪਿਆਰਿਓ, ਹਨੇਰਾ ਹੋ ਗਿਆ। ਬਾਬਾ ਫਤਿਹ ਸਿੰਘ ਜੀ ਕਹਿਣ ਲੱਗਿਆ, ਦਾਦੀ ਮਾਂ ਆਪਾਂ ਕਿੱਥੇ ਨੂੰ ਜਾ ਰਹੇ ਆ? ਕੀ ਕਹਿੰਦੇ ਆ? ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਕੀ ਕਹਿੰਦੇ ਆ? ਦਾਦੀ ਮਾਂ ਅੱਧੀ ਰਾਤੀ ਘੋਰ ਅੰਧੇਰਾ, ਦਾਦੀ ਜੀ ਕਿਤੇ ਜਾਵਾਂਗੇ। ਅੱਧੀ ਰਾਤੀ ਘੋਰ ਅੰਧੇਰਾ, ਦਾਦੀ ਜੀ ਕਿਤੇ ਜਾਵਾਂਗੇ। ਅੱਧੀ ਰਾਤੀ ਘੋਰ ਅੰਧੇਰਾ, ਦਾਦੀ ਜੀ ਕਿੱਥੇ ਜਾਵਾਂਗੇ। ਯਾਦ ਕਰੋ ਸਮੇਂ ਨੂੰ। ਘੋਰ ਅੰਧੇਰਾ, ਦਾਦੀ ਕਿੱਥੇ ਜਾਵਾਂਗੇ। ਰਾਤੀ ਕੋਰੇ ਅੰਧੇਰਾ, ਦਾਦੀ ਜੀ ਕਿਤੇ। ਆधी ਰਾਤੀ ਕੋਰੇ ਅੰਧੇਰਾ, ਦਾਦੀ ਜੀ ਕਿਤੇ ਜਾਵਾਂਗੇ। ਅੱਧੀ ਰਾਤੀ ਕੋਰੇ ਅੰਧੇਰਾ, ਦਾਦੀ ਜੀ ਕਿਤੇ ਜਾਵਾਂਗੇ। ਅੱਧੀ ਰਾਤੀ ਕੋਰੇ ਅੰਧੇਰਾ, ਦਾਦੀ ਕਿਤੇ ਜਾਵਾਂਗੇ। ਓ ਅੱਧੀ ਰਾਤੀ ਘੋਰ ਅੰਧੇਰਾ, ਦਾਦੀ ਕਿੱਥੇ ਜਾਵਾਂਗੇ। ਅੱਧੀ ਰਾਤੀ ਘੋਰ ਅੰਧੇਰਾ, ਦਾਦੀ ਜੀ ਕਿੱਥੇ ਜਾਵਾਂਗੇ। ਅੱਧੀ ਰਾਤੀ ਕੋਰੇ ਅੰਧੇਰਾ, ਦਾਦੀ ਜੀ ਕਿਤੇ ਜਾਵਾਂਗੇ। ਅੱਧੀ ਰਾਤੀ ਕੋਰੇ ਅੰਧੇਰਾ, ਦਾਦੀ ਜੀ ਕਿਤੇ ਦਾਦੀ ਮਾਂ ਅੱਧੀ ਰਾਤ ਹੈ, ਘੋਰ ਅੰਧੇਰਾ ਹੈ, ਆਪਾਂ ਕਿੱਥੇ ਨੂੰ ਜਾਵਾਂਗੇ? ਮਾਤਾ ਗੁਜਰ ਕੌਰ ਜੀ ਕਹਿੰਦੀ, ਮੇਰੇ ਲਾਲ ਦੇ ਲਾਲੋ, ਪਤਾ ਮੈਨੂੰ ਵੀ ਨਹੀਂ ਹੈ ਕਿੱਥੇ ਨੂੰ ਜਾ ਰਹੇ ਆ। ਬੱਚਿਓ, ਮੇਰੇ ਲਾਲ ਦੇ ਲਾਲੋ, ਜਿੱਥੇ ਲੈ ਜੇਗਾ ਕਰਤਾਰ, ਬੱਚਿਓ ਉੱਥੇ ਜਾਵਾਂਗੇ। ਜਿੱਥੇ ਲੈ ਜੇਗਾ ਕਰਤਾਰ, ਬੱਚਿਓ ਉੱਥੇ ਜਾਵਾਂਗੇ। ਜਿੱਥੇ ਲੈ ਜਾਊਗਾ
ਕਰਤਾਰ ਬਚੇ ਉੱਤੇ ਜਾਵਾਂਗੇ ਜਿੱਥੇ ਲੈ ਜਾਊਗਾ ਕਰਤਾਰ ਬਚੇ ਉੱਤੇ ਜਾਵਾਂਗੇ ਜਿੱਥੇ ਲੈ ਜੂਗਾ ਕਰਤਾਰ ਬੱਚਿਓ ਉੱਥੇ ਜਾਵਾਂਗੇ ਜਿੱਥੇ ਲੈ ਜਾਏਗਾ ਕਰਤਾਰ ਬੱਚਿਓ ਉੱਥੇ ਜਾਵਾਂਗੇ ਜਿੱਥੇ ਲੈ ਜਾਏਗਾ ਕਰਤਾਰ 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 ਇਹ ਲੈ ਜਾਏਗਾ ਕਰਤਾਰ ਜਿੱਥੇ ਲੈ ਜਾਏਗਾ ਕਰਤਾਰ ਲੈ ਜਾਏਗਾ ਕਰਤਾਰ ਲੈ ਜਾਏਗਾ ਕਰਤਾਰ ਜਿੱਥੇ ਲੈ ਜਾਏਗਾ ਕਰਤਾਰ ਬੱਚਿਓ ਉੱਥੇ ਜਾਵਾਂਗੇ ਜਿੱਥੇ ਲੈ ਜਾਏਗਾ ਕਰਤਾਰ ਬੱਚਿਓ ਉੱਥੇ ਜਾਵਾਂਗੇ ਜਿੱਥੇ ਲੈ ਜਾਏਗਾ ਕਰਤਾਰ ਬੱਚੇ ਉੱਥੇ ਜਾਵਾਂਗੇ ਜਿੱਥੇ ਲੈ ਜਾਏਗਾ ਕਰਤਾਰ ਬਚੇ ਉੱਤੇ ਜਾਵਾਂਗੇ ਜਿੱਥੇ ਲੈ ਜਾਏਗਾ ਕਰਤਾਰ ਬੱਚੇ ਉੱਥੇ ਜਿੱਥੇ ਲੈ ਜਾਏਗਾ ਕਰਤਾਰ ਬੱਚੇ ਤੇ ਜਾਵਾਂਗੇ। ਮਾਤਾ ਗੁਜਰ ਕੌਰ ਜੀ ਕਹਿਣ ਲੱਗੀ ਮੇਰੇ ਲਾਲ ਦੇ ਲਾਲੋ ਜਿੱਥੇ ਕਰਤਾਰ ਲੈ ਜਾਏਗਾ ਨਾ ਉੱਥੇ ਨੂੰ ਜਾਵਾਂਗੇ ਪਤਾ ਮੈਨੂੰ ਵੀ ਨਹੀਂ ਹੈ ਵੀ ਕਿੱਥੇ ਨੂੰ ਜਾ ਰਿਹਾ ਹਾਂ ਕਿੱਧਰ ਨੂੰ ਜਾ ਰਿਹਾ ਜੰਗਲ ਬੀਆ ਬਾਣ ਦਾ ਰਸਤਾ ਹੈ ਤੁਰੇ ਜਾ ਰਹੇ ਨੇ ਸਾਹਮਣੇ ਗੁਰਮੁਖ ਪਿਆਰੇ ਜਦੋਂ ਥੋੜੀ ਜਿਹੀ ਗਾਹਾਂ ਗਏ ਸਾਹਮਣੇ ਛਪਰੀਆਂ ਨਜ਼ਰ ਆਈਆਂ ਇੱਕ ਛਪਰੀ ਦੇ ਵਿੱਚ ਦੀਵਾ ਜਗਦਾ ਨਜ਼ਰ ਆਇਆ ਉਹ ਛਪਰੀ ਦੀ ਸੇਧ ਦੇ ਵਿੱਚ ਮਾਤਾ ਗੁਜਰ ਕੌਰ ਆਪਣੇ ਪੋਤਰਿਆਂ ਨੂੰ ਲੈ ਕੇ ਉਹ ਸਾਹਮਣੇ ਦੀਵੇ ਦੀ ਸੇਧ ਪਹੁੰਚ ਗਈ ਬੜੇ ਸਾਹਿਬਜ਼ਾਦਿਆਂ ਦੇ ਕੰਡੇ ਵੱਜੇ ਬੜੇ ਪੈਰਾਂ ਦੇ ਵਿੱਚ ਰੋੜੇ ਵੱਜੇ ਪੈਰ ਕਿਤੇ ਰੱਖਦੇ ਨੇ ਕਿਤੇ ਚਲੇ ਜਾਂਦਾ ਬੜੀਆਂ ਝਾੜੀਆਂ ਕਸੂਸਰਾ ਤੇ ਪਾਰ ਕਰਦੇ ਹੋਏ ਛਪਰੀ ਦੇ ਬੂਹੇ ਵੱਲ ਜਾ ਕੇ ਆਵਾਜ਼ ਦਿੱਤੀ ਐ ਛਪਰੀ ਦੇ ਮਾਲਕਾ ਜਰਾ ਬਾਹਰ ਆਓ ਇਹ ਛਪਰੀ ਦੇ ਵਿੱਚ ਕੰਮੋ ਮਾਸਕੀ ਰਹਿੰਦਾ ਸੀ ਜੋ ਮੁਸਲਮਾਨ ਘਰਾਣੇ ਦੇ ਵਿੱਚ ਹੋਇਆ ਕੰਮੋ ਮਾਸਕੀ ਕੰਮੋ ਇਹਦਾ ਨਾਮ ਸੀ ਮਾਸਕੀ ਇਸ ਕਰਕੇ ਸੀ ਇਹਦੀ ਦਰਿਆ ਦੇ ਵਿੱਚ ਬੇੜੀ ਪਾਈ ਹੁੰਦੀ ਸੀ ਇਹ ਛਪਰੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਨਾ ਜਿਹੜੇ ਦਰਿਆ ਦੇ ਵਿੱਚ ਬੇੜੀਆਂ ਚਲਾਉਂਦੇ ਸੀ ਕਿਉਂਕਿ ਉਸ ਸਮੇਂ ਸੜਕਾਂ ਨਹੀਂ ਸੀ ਹੋਇਆ ਕਰਦੀਆਂ ਪੁਲ ਨਹੀਂ ਸੀ ਹੋਇਆ ਕਰਦੇ ਦਰਿਆ ਨੂੰ ਪਾਰ ਕਰਨ ਵਾਸਤੇ ਮਲਾਹਾਂ ਨੇ ਬੇੜੀਆਂ ਪਾਈਆਂ ਹੁੰਦੀਆਂ ਸੀ ਆਪੋ ਆਪਣੀਆਂ ਜਿਵੇਂ ਆਪਾਂ ਸੈਦੇ ਮਲਾਹ ਦਾ ਜ਼ਿਕਰ ਕਰਦੇ ਹੁੰਦੇ ਆ ਇਸੇ ਤਰ੍ਹਾਂ ਕੰਮੋ ਮਾਸਕੀ ਦੀ ਬੇੜੀ ਇਹ ਦਰਿਆ ਦੇ ਵਿੱਚ ਪਾਈ ਹੋਈ ਸੀ ਤੇ ਆਨੰਦਪੁਰ ਸਾਹਿਬ ਨਹੀਂ ਸੀ ਕਦੇ ਗਿਆ ਜਿਹੜੀਆਂ ਸੰਗਤਾਂ ਜਾਂਦੀਆਂ ਸੀ ਉਹ ਇਹਦੀ ਬੇੜੀ ਦੇ ਵਿੱਚ ਬੈਠਿਆ ਕਰਦੇ ਸੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਉਸਤਤ ਕਰਦੇ ਸੀ ਆਨੰਦਪੁਰ ਸਾਹਿਬ ਜਾਇਆ ਕਰਦੇ ਸੀ ਤਾਂ ਗੁਰਮੁਖ ਪਿਆਰਿਓ ਸੈਦੇ ਮਲਾਹ ਨੂੰ ਵੀ ਵਾਹਿਗੁਰੂ ਕੰਮੋ ਮਾਸਕੀ ਨੂੰ ਵੀ ਆਖਿਆ ਕਰਦੀਆਂ ਸੰਗਤਾਂ ਕੰਮੋ ਚੱਲ ਤੈਨੂੰ ਆਨੰਦਪੁਰ ਵਿੱਚ ਲੈ ਚੱਲੀਏ ਉੱਥੇ ਚੱਲ ਚੱਲੀਏ ਆਨੰਦਪੁਰ ਨੂੰ ਉੱਥੇ ਮਿਲ ਜੂ ਬਾਜਾਂ ਵਾਲਾ ਅੱਜ ਵੀ ਸੰਗਤਾਂ ਕਲਗੀਧਰ ਪਾਤਸ਼ਾਹ ਨੂੰ ਲੱਭਦੀਆਂ ਨੇ ਅੱਜ ਵੀ ਗੁਰਸਿੱਖ
ਆਨੰਦਪੁਰ ਦੀ ਧਰਤੀ ਤੇ ਜਾ ਕੇ ਗੁਰੂ ਨੂੰ ਲੱਭਦੇ ਨੇ। ਕਿਤੇ ਇੱਥੇ ਬੈਠੇ ਹੋਣਗੇ, ਕਿਤੇ ਇੱਥੇ ਬਹਿੰਦੇ ਹੋਣਗੇ। ਆਨੰਦਪੁਰ ਜਾਓ, ਆਪਣੇ ਬੱਚਿਆਂ ਨੂੰ ਲੈ ਕੇ ਜਾਓ। ਫਤਿਹਗੜ੍ਹ ਸਾਹਿਬ ਜਾਓ, ਆਪਣੇ ਬੱਚਿਆਂ ਨੂੰ ਦਰਸ਼ਨ ਕਰਵਾ ਕੇ ਲੈ ਕੇ ਆਓ। ਆ ਦਿਨਾਂ ਦੇ ਵਿੱਚ ਦਿਖਾਉਣਾ ਚਾਹੀਦਾ, ਬੱਚਿਆਂ ਨੂੰ ਦਰਸ਼ਨ ਕਰਾਉਣੇ ਚਾਹੀਦੇ ਨੇ ਤੇ ਆਨੰਦਪੁਰ ਸਾਹਿਬ ਜਾਣਾ ਚਾਹੀਦਾ। ਚੱਲ ਚੱਲੀਏ ਆਨੰਦਪੁਰ ਨੂੰ, ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਕਲਗੀਆਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਕਲਗੀਆਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਕਲਗੀਆਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਕਲਗੀਆਂ ਵਾਲਾ। ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਵਾਜਾਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਕਲਗੀਆਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਕਲਗੀਆਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਬਾਦਸ਼ਾਹ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਕਲਗੀਆਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਬਾਜਾਂ ਵਾਲਾ। ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਵਾਜਾਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਵਾਜਾਂ ਵਾਲਾ। ਉੱਥੇ ਮਿਲ ਜੂ ਕਲਗੀਆਂ ਵਾਲਾ, ਮਿਲ ਜੂ ਬਾਜਾਂ ਵਾਲਾ। ਮਿਲ ਜੂ ਕਲਗੀਆਂ ਵਾਲਾ, ਮਿਲ ਜੂ ਬਾਜਾਂ ਵਾਲਾ। ਉਹ ਮਿਲ ਜੂ ਕਲਗੀਆਂ ਵਾਲਾ, ਉੱਥੇ ਮਿਲ ਜੂ ਬਾਜਾਂ ਵਾਲਾ। ਮਿਲ ਜੂ ਬਾਜਾਂ ਵਾਲਾ। ਮਿਲ ਜੂ ਕਲਗੀਆਂ ਵਾਲਾ, ਮਿਲ ਜੂ ਵਾਜਾਂ ਵਾਲਾ। ਮਿਲ ਜੂ ਕਲਗੀਆਂ ਵਾਲਾ, ਮਿਲ ਜੂ ਵਾਜਾਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਤੇ ਮਿਲ ਜੂ ਬਾਜਾਂ ਵਾਲਾ। ਚੱਲੀਏ ਆਨੰਦਪੁਰ ਨੂੰ, ਤੇ ਮਿਲ ਜੂ ਬਾਜਾਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਬਾਜਾਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ ਬਾਜਾਂ ਵਾਲਾ। ਚੱਲੀਏ ਆਨੰਦਪੁਰ ਨੂੰ, ਜਿੱਥੇ ਮਿਲ ਜੂ ਕਲਗੀਆਂ ਵਾਲਾ। ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਮਿਲ ਜੂ। ਤਾਂ ਗੁਰਮੁਖ ਪਿਆਰਿਓ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਹਿੰਦੇ ਅਸੀਂ ਵਡਿਆਈਆਂ ਸੁਣਦੇ ਆ ਜਦੋਂ ਸੰਗਤਾਂ ਜਾਂਦੀਆਂ ਨੇ। ਮਾਤਾ ਗੁਜਰ ਕੌਰ ਕਹਿਣ ਲੱਗੀ ਵੇ ਭਾਈ ਕੰਮੋ ਮਸਕੀ, ਮੈਂ ਉਹਨਾਂ ਦੀ ਮਾਤਾ ਹਾਂ। ਆ ਉਹਨਾਂ ਦੇ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੇ, ਇਹ ਉਹਨਾਂ ਦੇ ਸਾਹਿਬਜ਼ਾਦੇ ਨੇ। ਮਾਤਾ ਆ ਹਾਲਤ ਕੈਸੀ ਬਣਾਈ ਆ ਸਾਹਿਬਜ਼ਾਦੇ ਕਿਵੇਂ ਥਰ ਥਰ ਕੰਬ ਰਹੇ ਨੇ। ਮਾਤਾ ਗੁਜਰ ਕੌਰ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ, ਬਾਰ-ਬਾਰ ਛੋਟੇ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਮਾਤਾ ਆ ਕੈਸਾ ਹਾਲ ਬਣਾਇਆ ਹੋਇਆ। ਮਾਤਾ ਗੁਜਰ ਕੌਰ ਜੀ ਨੇ ਕੰਮੋ ਮਾਸਕੀ ਨੂੰ ਸਾਰਾ ਹਾਲ ਦੱਸਿਆ। ਕਹਿਣ ਲੱਗੇ ਆ ਭਾਣਾ ਵਾਪਰ ਗਿਆ, ਆ ਕੁਝ ਹੋ ਗਿਆ। ਮੁਗਲਾਂ ਨੇ ਧੋਖਾ ਕੀਤਾ, ਫਰੇਬ ਕੀਤਾ। ਮਾਤਾ ਸਾਹਿਬਜ਼ਾਦੇ ਥਰ ਥਰ ਕੰਬ ਰਹੇ ਨੇ। ਆ ਮੇਰੀ ਗਰੀਬ ਦੀ ਨਿੱਕੀ ਜੀ ਛਪਰੀ ਆ, ਪੁਰਾਣੀ ਜੀ ਰਜਾਈ ਪਈ ਆ। ਆਪਣੇ ਸਾਹਿਬਜ਼ਾਦਿਆਂ ਨੂੰ
ਛੱਪਰੀ ਦੇ ਅੰਦਰ ਬਿਠਾ ਲਓ। ਕੰਮੋ ਮਾਸਕੀ ਨੇ ਤਾਂ ਗੁਰਮੁਖ ਪਿਆਰਿਓ ਛੱਪਰੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਬਿਠਾਇਆ ਔਰ ਮਾਤਾ ਜੀ ਅੰਦਰ ਬਿਠਾਏ ਤੇ ਕੰਮੋ ਮਾਸਕੀ ਆਪ ਛੱਪਰੀ ਦੇ ਬਾਹਰਲੇ ਪਾਸੇ ਬਹਿ ਕੇ ਨਾ ਸਮੇਂ ਦੀਆਂ ਸਰਕਾਰਾਂ ਨੂੰ ਲਾਹਣਤਾਂ ਪਾਉਂਦਾ ਤੇ ਨਾਲੇ ਭੁੱਬਾ ਮਾਰ ਮਾਰ ਕੇ ਰੋਂਦਾ ਹੈ, ਨਾਲੇ ਸਮੇਂ ਦੀਆਂ ਸਰਕਾਰਾਂ ਨੂੰ ਲਾਹਣਤਾਂ ਪਾਉਂਦਾ। ਚੇਤਾ ਆ ਰਿਹਾ ਸਾਹਿਬਜ਼ਾਦਿਆਂ ਦਾ ਜਦੋਂ ਥਰ ਥਰ ਕੰਬ ਰਹੇ ਸੀ। ਮਾਤਾ ਗੁਜਰ ਕੌਰ ਉਹ ਆਪ ਠੰਡ ਦੇ ਨਾਲ ਕੰਬ ਰਹੇ ਸੀ। ਛੱਪਰੀ ਦੇ ਵਿੱਚ ਬਿਠਾਇਆ ਤੇ ਗੁਰਮੁਖ ਪਿਆਰਿਓ ਇਸ ਤਰ੍ਹਾਂ ਰਾਤ ਬਤੀਤ ਕੀਤੀ ਤੇ ਸਵੇਰੇ ਸਜਰੇ ਨਾਲ ਦੀ ਛੱਪਰੀ ਦੇ ਵਿੱਚ ਉਹ ਜਿਹੜਾ ਮਾਸਕੀ ਸੀ ਉਹ ਪਰਿਵਾਰ ਸਮੇਤ ਰਹਿੰਦਾ ਸੀ। ਕੰਮੋ ਮਾਸਕੀ ਉਹਨਾਂ ਦੇ ਕੋਲ ਗਿਆ, ਕਹਿੰਦੇ ਗੁਰੂ ਕੇ ਲਾਲ, ਗੁਰੂ ਕੇ ਮਾਤਾ ਉਹ ਮੇਰੀ ਛੱਪਰੀ ਦੇ ਵਿੱਚ ਨੇ। ਉਹਨਾਂ ਦੇ ਨਾਲ ਆ ਭਾਣਾ ਵਾਪਰ ਗਿਆ ਹੈ ਤੇ ਗੁਰੂ ਦਾ ਪਰਿਵਾਰ ਸਾਰਾ ਵਿਛੜ ਗਿਆ ਤੇ ਆਨੰਦਪੁਰ ਸਾਹਿਬ ਛੱਡਿਆ ਗਿਆ। ਜਿਨ੍ਹਾਂ ਕਰਕੇ ਆਪਣੀਆਂ ਬੇੜੀਆਂ ਚੱਲਦੀਆਂ ਸੀ, ਜਿਨ੍ਹਾਂ ਕਰਕੇ ਆਪਣੀ ਰੋਜੀ ਰੋਟੀ ਚੱਲਦੀ ਸੀ, ਉਹ ਕੰਮ ਹੁਣ ਠੱਪ ਹੋ ਜਾਣਾ ਹੈ। ਉਹ ਬਿਪਤਾ ਦੇ ਵਿੱਚ ਪਏ ਹੋਏ ਨੇ ਤੇ ਗੁਰੂ ਕੇ ਲਾਲ ਤੇ ਗੁਰੂ ਕੇ ਮਾਤਾ ਮੇਰੀ ਛੱਪਰੀ ਦੇ ਵਿੱਚ ਆਏ ਹੋਏ ਨੇ। ਤੁਸੀਂ ਉਹਨਾਂ ਵਾਸਤੇ ਪ੍ਰਸਾਦਾ ਤਿਆਰ ਕਰੋ। ਇੱਥੋਂ ਗੁਰਮੁਖ ਪਿਆਰਿਓ ਮਾਤਾ ਦੇ ਕੋਲੋਂ ਪ੍ਰਸਾਦਾ ਪਾਣੀ ਤਿਆਰ ਕਰਵਾ ਕੇ 8 ਪੋਹ ਦੀ ਰਾਤ ਸ਼ੁਰੂ, ਵਾਹਿਗੁਰੂ ਸਵੇਰ ਸ਼ੁਰੂ ਹੋ ਗਈ। 8 ਪੋਹ ਦੀ ਸਵੇਰ ਸ਼ੁਰੂ ਹੋਈ ਤਾਂ ਗੁਰਮੁਖ ਪਿਆਰਿਓ 8 ਪੋਹ ਦਾ ਦਿਨ ਸ਼ੁਰੂ ਹੋਇਆ। ਸਵੇਰੇ ਸਵੇਰੇ ਪ੍ਰਸਾਦਾ ਲੈ ਕੇ ਕੰਮੋ ਮਾਸਕੀ ਆਇਆ। ਮਾਤਾ ਆਪਣੇ ਪੋਤਰਿਆਂ ਨੂੰ, ਬੱਚਿਆਂ ਨੂੰ ਪ੍ਰਸਾਦਾ ਛਕਾਓ ਤੇ ਨਾਲੇ ਆਪ ਛਕੋ। ਮਾਤਾ ਗੁਜਰ ਕੌਰ ਉਹਨਾਂ ਦੇ ਪ੍ਰਸਾਦਾਂ ਅੰਦਰ ਕਿੱਥੇ ਲੰਘ ਰਿਹਾ। ਜਿਹਦਾ ਕੱਲਾ ਕੱਲਾ ਪੁੱਤਰ ਵਿਛੜ ਗਿਆ ਹੋਵੇ, ਜਿਹੜੇ ਸਾਹਿਬਜ਼ਾਦੇ ਹੱਥੀਂ ਪਾਲੇ ਹੋਏ ਉਹ ਵਿਛੜ ਗਏ ਹੋਣ, ਨੂੰਹਾਂ ਵਿਛੜ ਗਈਆਂ ਹੋਣ, ਸਿੰਘ ਸ਼ਹੀਦੀਆਂ ਪਾ ਗਏ ਹੋਣ, ਕੋਈ ਪਤਾ ਨਾ ਹੋਵੇ ਇੱਕ ਦੂਸਰੇ ਨੂੰ ਕਿਸੇ ਦਾ ਕੌਣ ਕਿੱਥੇ ਆ, ਕੌਣ ਕਿੱਧਰ ਗਿਆ, ਉਹਨੂੰ ਪ੍ਰਸਾਦਾ ਕਿੱਥੇ ਚੰਗਾ ਲੱਗਦਾ। ਨਾ ਵੇ ਭਾਈ ਕੰਮੋ, ਪ੍ਰਸਾਦਾ ਕਿੱਥੇ ਲੰਘਦਾ ਹੈ। ਮਾਤਾ ਪ੍ਰਸਾਦਾ ਛਕ ਲਾ, ਨਾਲੇ ਤੁਸੀਂ ਪ੍ਰਸਾਦਾ ਛਕੋ ਤੇ ਨਾਲੇ ਨਿੱਕੇ ਨਿੱਕੇ ਬੱਚਿਆਂ ਨੂੰ ਛਕਾਓ। ਤਾਂ ਗੁਰਮੁਖ ਪਿਆਰਿਓ ਧੱਕੇ ਦੇ ਨਾਲ ਇੱਕ ਇੱਕ ਪ੍ਰਸਾਦਾ ਤਿੰਨਾਂ ਜਣੇ ਨੇ ਛਕਿਆ। ਮਾਤਾ ਤੁਸੀਂ ਅੰਦਰ ਬੈਠੋ, ਠੰਡ ਬੜੀ ਵਗ ਰਹੀ ਆ, ਬਾਹਰ ਕਿਣਮਿਣ ਹੋ ਰਹੀ ਆ, ਕਣੀਆਂ ਗਿਰ ਰਹੀਆਂ ਨੇ। ਮੈਂ ਦੇਖਦਾ ਕੋਈ ਗੁਰੂ ਕਾ ਸਿੰਘ ਮਿਲਿਆ, ਉਹਨਾਂ ਦੇ ਨਾਲ ਤੁਹਾਨੂੰ ਮਿਲਾ ਦਿਆਂਗਾ ਤੇ ਉਹ ਫਿਰ ਤੁਹਾਨੂੰ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮਿਲਾ ਦੇਣਗੇ। ਠੀਕ ਆ ਪੁੱਤਰਾ ਕੰਮਿਆ, ਜਾ ਗੌਰ ਕਰ, ਦੇਖ ਲੱਭ ਜਰਾ। ਹੁਣ ਕੰਮੋ ਮਾਸਕੀ 8 ਪੋਹ ਨੂੰ ਲੱਭਦਾ ਫਿਰ ਰਿਹਾ। ਕੋਈ ਗੁਰੂ ਕਾ ਸਿੰਘ ਹੀ ਮਿਲ ਜਾਏ, ਗੁਰੂ ਜੀ ਮਿਲ ਜਾਣ, ਕੋਈ ਨਾ ਕੋਈ ਮਿਲ ਜਾਏ। ਇਹ ਨਿੱਕੇ ਨਿੱਕੇ ਬੱਚਿਆਂ ਨੂੰ, ਮਾਤਾ ਗੁਜਰ ਕੌਰ ਨੂੰ ਉਹਨਾਂ ਦੇ ਨਾਲ ਮਿਲਾ ਦਿਆਂਗਾ
ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅੱਗੇ ਮਿਲਾ ਦੇਣਗੇ। ਹੁਣ ਲੱਭਦਾ ਫਿਰਦਾ ਹੈ ਪਰ ਕੋਈ ਨਹੀਂ ਲੱਭਿਆ। ਬੜੇ ਲੰਮੇ ਸਮੇਂ ਬਾਅਦ ਬੜਾ ਢੂੰਡਣ ਤੇ ਲੱਭਣ ਤੇ ਕੌਣ ਲੱਭਿਆ? ਗੰਗੂ ਲੱਭਿਆ। ਇਹ ਗੰਗੂ ਗੁਰੂ ਘਰ ਦਾ ਰਸੋਈਆ ਸੀ, ਭਾਵ ਕਿ ਇਹ ਲੰਗਰ ਦੇ ਵਿੱਚ ਸੇਵਾ ਕਰਿਆ ਕਰਦਾ ਸੀ। ਆਖੋ ਸਤਨਾਮ ਵਾਹਿਗੁਰੂ ਜੀ। ਆਨੰਦਪੁਰ ਸਾਹਿਬ ਲੰਗਰ ਦੇ ਵਿੱਚ ਸੇਵਾ ਕਰਿਆ ਕਰਦਾ ਸੀ। ਤਾਂ ਗੁਰਮੁਖ ਪਿਆਰਿਓ 21 ਸਾਲ ਗੁਰੂ ਘਰ ਦੇ ਵਿੱਚ ਰਿਹਾ। ਕੰਮੂ ਕਹਿਣ ਲੱਗਿਆ, ਗੰਗਿਆ ਗੁਰੂ ਕੇ ਪਰਿਵਾਰ ਦਾ ਵਿਛੋੜਾ ਪੈ ਗਿਆ। ਉਹਨਾਂ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਮੇਰੀ ਛਪਰੀ ਦੇ ਵਿੱਚ ਨੇ ਅਤੇ ਬਾਕੀ ਪਰਿਵਾਰ ਦਾ ਕੋਈ ਪਤਾ ਸਤਾ ਨਹੀਂ ਹੈ ਵੀ ਕੌਣ ਕਿੱਥੇ ਹੈ, ਕੌਣ ਕੀ ਹੈ, ਜਿਉਂਦੇ ਹਨ ਜਾਂ ਸ਼ਹੀਦ ਹੋ ਗਏ ਨੇ, ਪਤਾ ਕੋਈ ਨਹੀਂ ਹੈ। ਆਨੰਦਪੁਰ ਸਾਹਿਬ ਛੱਡ ਦਿੱਤਾ ਹੈ। ਕੰਮੋ ਮਾਸਕੀ ਸ਼ਰਧਾਲੂ ਸੀ ਗੁਰੂ ਘਰ ਦਾ। ਇਹਦੀ ਮਾਤਾ ਸੀ ਜਿਹੜੀ ਗੰਗੂ ਦੀ, ਬੜੀ ਧਰਮਾਤਮਾ ਸੀ ਮਾਤਾ, ਗੁਰੂ ਘਰ ਨੂੰ ਮੰਨਣ ਵਾਲੀ ਸੀ। ਤਾਂ ਗੁਰਮੁਖ ਪਿਆਰਿਓ ਗੰਗੂ ਕਹਿਣ ਲੱਗਾ ਗੁਰੂ ਕੇ ਨਾਲ ਇਹ ਭਾਣਾ ਵਾਪਰ ਗਿਆ। ਕੰਮੋਂ ਕਹਿਣ ਲੱਗਿਆ ਹਾਂ ਆ ਜਾ, ਕਹਿੰਦੇ ਮੇਰੇ ਕੋਲ ਗੁਰੂ ਕੇ ਸਾਹਿਬਜ਼ਾਦੇ ਨੇ, ਉਹਨਾਂ ਨੂੰ ਤੂੰ ਲੈ ਜਾਈ ਤੇ ਗੁਰੂ ਦੇ ਨਾਲ ਮਿਲਾ ਦਈ। ਆਖੋ ਸਤਨਾਮ ਵਾਹਿਗੁਰੂ ਜੀ। ਕੰਮੋਂ ਮਾਸਕੀ ਗੰਗੂ ਨੂੰ ਨਾਲ ਲੈ ਕੇ ਆਇਆ। ਹੁਣ ਕੰਮੋਂ ਮਾਸਕੀ ਕਦੋਂ ਬਦਲਿਆ, ਕਦੋਂ ਬੇਈਮਾਨ ਹੋਇਆ? ਜਦੋਂ ਕੰਮੋਂ ਮਾਸਕੀ ਦੇ ਛਪਰੀ ਦੇ ਵਿੱਚ ਗੰਗੂ ਆਇਆ ਨਾ, ਮਾਤਾ ਗੁਜਰ ਕੌਰ ਨੂੰ ਨਮਸਕਾਰ ਕੀਤੀ ਤੇ ਮਾਤਾ ਗੁਜਰ ਕੌਰ ਦੇ ਜਿਹੜੇ ਪੋਤਰੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਉਹਨਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀਆਂ। ਦੁੱਖ ਸੁੱਖ ਕਰ ਰਿਹਾ, ਮਾਤਾ ਆਓ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਗੁਰੂ ਕੇ ਨਾਲ ਮਿਲਾ ਦਿਆਂਗਾ। ਆਪਾਂ ਲੱਭ ਲੈਂਦੇ ਆ। ਜਦੋਂ ਮਾਤਾ ਗੁਜਰ ਕੌਰ ਤੁਰਨ ਲੱਗੇ ਨਾ, ਇਹਨਾਂ ਦੇ ਕੋਲ ਮੋਹਰਾਂ ਦੀ ਖੁਰਜੀ ਸੀ। ਤਾਂ ਗੁਰਮੁਖ ਪਿਆਰਿਓ 5 ਮੋਹਰਾਂ ਕੰਮੋਂ ਮਾਸਕੀ ਨੂੰ ਮਾਤਾ ਗੁਜਰ ਕੌਰ ਜੀ ਦੇਣ ਲੱਗੇ। ਕੰਮੋਂ ਮਾਸਕੀ ਨੇ ਹੱਥ ਜੋੜ ਦਿੱਤੇ, ਨਾ ਮਾਤਾ ਇਹ ਮੋਹਰਾਂ ਮੈਂ ਨਹੀਂ ਲੈਣੀਆਂ, ਤੁਹਾਡੇ ਤੇ ਬੜਾ ਬਿਪਤਾ ਦਾ ਸਮਾਂ ਹੈ, ਤੁਸੀਂ ਸਾਂਭ ਕੇ ਰੱਖੋ, ਇਹ ਕੰਮ ਆਉਣਗੀਆਂ। ਮਾਤਾ ਗੁਜਰ ਕੌਰ ਕਹਿਣ ਲੱਗੀ ਨਹੀਂ ਪੁੱਤਰਾ ਲੈ ਲਾ। ਕਹਿੰਦਾ ਨਾ ਮਾਤਾ ਬਿਲਕੁਲ ਨਹੀਂ ਲੈਣੀਆਂ। ਮਾਤਾ ਗੁਜਰ ਕੌਰ ਜੀ ਨੇ ਬਹੁਤਾ ਕਹਿਣ ਤੇ ਕਹਿੰਦੇ ਚੱਲ ਨਿਸ਼ਾਨੀ ਵਜੋਂ ਰੱਖ ਲਾ। 5 ਮੋਹਰਾਂ ਉਸ ਨੂੰ ਦੇ ਦਿੱਤੀਆਂ। ਜਿਹੜੀ ਬੀਬੀ ਨੇ ਪ੍ਰਸ਼ਾਦਾ ਤਿਆਰ ਕੀਤਾ ਸੀ ਨਾ, 5 ਮੋਹਰਾਂ ਉਹ ਬੀਬੀ ਨੂੰ ਦਿੱਤੀਆਂ। ਉਹ ਵੀ ਨਹੀਂ ਲੈ ਰਹੀ ਸੀ, ਉਹਨੂੰ ਵੀ ਕਹਿਣ ਲੱਗੇ ਨਿਸ਼ਾਨੀ ਵਜੋਂ ਰੱਖ ਲਾ। ਜਦੋਂ ਗੰਗੂ ਨੇ ਮੋਹਰਾਂ ਦੇਖੀਆਂ ਨਾ, ਇਹਦਾ ਮਨ ਬੇਈਮਾਨ ਹੋ ਗਿਆ। ਖੁਦ ਸਤਨਾਮ ਵਾਹਿਗੁਰੂ ਜੀ। ਜਿਹੜਾ ਘਰੇ ਕੁੱਤਾ ਪਾਲਿਆ ਹੁੰਦਾ, ਪਤਾ ਕਦੋਂ ਵੱਢਦਾ ਮਾਲਕ ਨੂੰ? ਜਦੋਂ ਉਹ ਹਲਕ ਜਾਏ, ਜਦੋਂ ਉਹ ਹਲਕ ਜਾਏ, ਫਿਰ ਉਹ ਹਲਕਿਆ ਹੋਇਆ ਕੁੱਤਾ ਆਪਣੇ ਘਰਦਿਆਂ ਨੂੰ, ਮਾਲਕ ਨੂੰ ਵੱਢਣ ਲੱਗ ਜਾਂਦਾ। ਆਖੋ ਸਤਨਾਮ ਵਾਹਿਗੁਰੂ ਜੀ। ਗੁਰਬਾਣੀ ਦੇ ਵਿੱਚ ਲੋਭੀ ਬੰਦੇ ਤੇ ਹਲਕੇ ਕੁੱਤੇ ਦੇ ਨਾਲ ਤੁਲਨਾ ਕੀਤੀ ਆ। ਆਓ ਮੈਂ ਆਪ ਵਿਚਾਰ ਕਰਕੇ ਫਿਰ ਸਮਾਪਤੀ ਕਰਾਂਗਾ। ਬਾਕੀ ਸਮਾਂ
ਇਤਿਹਾਸ ਭੁਗਤ ਸੁਣਾਵਾਂਗੇ। ਕੰਮੋ ਵਾਹਿਗੁਰੂ ਤਾਂ ਗੁਰਮੁਖ ਪਿਆਰਿਓ, ਹਲਕਿਆ ਹੋਇਆ ਕੁੱਤਾ ਘਰਦਿਆਂ ਨੂੰ ਵੱਢਣ ਲੱਗ ਜਾਂਦਾ, ਉਹ ਨਹੀਂ ਪਰਖ ਕਰਦਾ। ਹੁਣ ਗੰਗੂ ਮੋਰਾਂ ਨੂੰ ਦੇਖ ਕੇ ਹਲਕ ਗਿਆ, ਆਖੋ ਸਤਨਾਮ ਵਾਹਿਗੁਰੂ ਜੀ। ਲੋਭੀ ਹੋ ਗਿਆ, ਮਨ ਦੇ ਵਿੱਚ ਲੋਭ ਆ ਗਿਆ ਵੀ ਇਹ ਮੋਹਰਾਂ ਤਾਂ ਮੇਰੇ ਕੋਲ ਹੋਣੀਆਂ ਚਾਹੀਦੀਆਂ ਸੀ। ਹਲਕਿਆ ਹੋਇਆ ਕੁੱਤੇ ਦੇ ਨਾਲ ਲੋਭੀ ਬੰਦੇ ਦੀ ਤੁਲਨਾ ਕੀਤੀ ਆ। ਹਲਕੇ ਹੋਏ ਕੁੱਤੇ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਕੁਝ, ਤੁਸੀਂ ਵੀ ਭਾਈ ਧਿਆਨ ਰੱਖਿਓ। ਹਲਕੇ ਹੋਏ ਕੁੱਤੇ ਦੀ ਪੂੰਛ ਸਿੱਧੀ ਹੋ ਜਾਂਦੀ ਆ। ਹਲਕੇ ਹੋਏ ਕੁੱਤੇ ਨੂੰ ਪਾਣੀ ਤੋਂ ਬੜਾ ਡਰ ਲੱਗਦਾ। ਹਲਕਿਆ ਹੋਇਆ ਕੁੱਤਾ ਪਾਣੀ ਤੋਂ ਡਰਦਾ ਹੈ। ਹਲਕਿਆ ਹੋਇਆ ਕੁੱਤਾ ਇੱਕ ਥਾਂ ਤੇ ਟਿਕ ਕੇ ਨਹੀਂ ਬੈਠ ਸਕਦਾ। ਤਾਂ ਗੁਰਮੁਖ ਪਿਆਰਿਓ, ਹਲਕਿਆ ਹੋਇਆ ਕੁੱਤੇ ਦੇ ਮੂੰਹ ਦੇ ਵਿੱਚੋਂ ਝੱਗ ਡਿੱਗਦੀ ਹੈ। ਇਹ ਨਿਸ਼ਾਨੀਆਂ ਨੇ ਹਲਕੇ ਹੋਏ ਕੁੱਤੇ ਦੀਆਂ। ਹੁਣ ਲੋਭੀ ਬੰਦਾ, ਹਲਕਿਆ ਹੋਇਆ ਕੁੱਤਾ ਟਿਕ ਕੇ ਨਹੀਂ ਬਹਿੰਦਾ ਤੇ ਲੋਭੀ ਬੰਦਾ ਵੀ ਟਿਕ ਕੇ ਨਹੀਂ ਬਹਿੰਦਾ। ਆਖੋ ਸਤਨਾਮ ਵਾਹਿਗੁਰੂ ਜੀ। ਉਹ ਵੀ ਟਿਕ ਕੇ ਨਹੀਂ ਬੈਠ ਸਕਦਾ। ਹਲਕਿਆ ਹੋਇਆ ਕੁੱਤਾ, ਉਹਦੀ ਪੂਛ ਸਿੱਧੀ ਹੋ ਜਾਂਦੀ ਆ ਤੇ ਲੋਭੀ ਬੰਦੇ ਦੇ ਹੱਥ ਵੀ ਸਿੱਧੇ ਰਹਿੰਦੇ ਨੇ। ਮਾਇਆ ਮਨੋ ਨਾ ਵਿਸਰੇ, ਮੰਗੇ ਦਮਾ ਦਮ। ਆ ਵੀ ਮੇਰੇ ਕੋਲ ਆ ਜਾਏ, ਆ ਵੀ ਮੇਰੇ ਕੋਲ ਆ ਜਾਵੇ, ਆ ਵੀ ਮੇਰੇ ਕੋਲ ਆ ਜਾਵੇ। ਹੱਥ ਸਿੱਧੇ ਰੱਖਦਾ। ਹਲਕਿਆ ਹੋਇਆ ਕੁੱਤਾ ਮੂੰਹ ਚੋਂ ਝੱਗ ਡਿੱਗਦੀ ਆ। ਲੋਭੀ ਬੰਦੇ ਦੇ ਮੂੰਹ ਦੇ ਵਿੱਚੋਂ ਵੀ ਨਿੰਦਿਆ ਰੂਪੀ ਝੱਗ ਡਿੱਗਦੀ। ਆਖੋ ਸਤਨਾਮ। ਕਦੇ ਇਹਦੀ ਨਿੰਦਿਆ ਕਰ ਦਿੱਤੀ, ਕਦੇ ਇਹਦੀ ਨਿੰਦਿਆ ਕਰ ਦਿੱਤੀ, ਕਦੇ ਕਿਸੇ ਦੀ ਨਿੰਦਿਆ ਕਰ ਦਿੱਤੀ। ਉਹਦਾ ਆ ਕੰਮ ਹੈ। ਹਲਕਿਆ ਹੋਇਆ ਕੁੱਤਾ ਪਾਣੀ ਤੋਂ ਡਰਦਾ ਹੈ। ਹਲਕਿਆ ਹੋਇਆ ਕੁੱਤਾ ਪਾਣੀ ਤੋਂ ਡਰਦਾ ਹੈ। ਲੋਭੀ ਬੰਦਾ ਬਾਣੀ ਤੋਂ ਡਰਦਾ ਹੈ। ਆਖੋ ਸਤਨਾਮ। ਲੋਭੀ ਬੰਦੇ ਨੂੰ ਬਾਣੀ ਚੰਗੀ ਨਹੀਂ ਲੱਗਦੀ। ਚੰਗੀ ਲੱਗੇ ਨਾ ਗੁਰਾਂ ਦੀ ਬਾਣੀ ਮਨਮੁਖ ਬੰਦਿਆਂ ਨੂੰ। ਜਿਹੜੇ ਮਨਮੁਖ ਬੰਦੇ ਨੇ ਨਾ, ਉਹਨਾਂ ਨੂੰ ਗੁਰਾਂ ਦੀ ਬਾਣੀ ਚੰਗੀ ਨਹੀਂ ਲੱਗਦੀ। ਆਖੋ ਸਤਨਾਮ ਵਾਹਿਗੁਰੂ ਜੀ। ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਬਾਣੀ ਚੰਗੀ ਲੱਗਦੀ ਆ। ਉਹ ਤਾਂ ਗੁਰਾਂ ਦੇ ਚਰਨਾਂ ਦੇ ਨਾਲ ਜੁੜਦੇ ਨੇ। ਇਸ਼ਨਾਨ ਪਾਣੀ ਕਰਕੇ ਗੁਰੂ ਘਰ ਆਉਂਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਗੁਰੂ ਦੇ ਚਰਨਾਂ ਨਾਲ ਜੁੜਦੇ ਨੇ। ਤਾਂ ਗੁਰਮੁਖ ਪਿਆਰਿਓ, ਜਿਹੜੇ ਮਨਮੁਖ ਨੇ, ਉਹ ਕਹਿਣਗੇ ਲਓ ਹੁਣ ਸੌਣ ਦਾ ਸਮਾਂ ਸੀ, ਹੁਣ ਸਪੀਕਰ ਲੱਗ ਗਿਆ। ਤੁਹਾਡਾ ਕੀ ਖਿਆਲ ਹੈ? ਜਿਹੜਾ ਹੁਣ ਦੀਵਾਨ ਚੱਲ ਰਹੀ, ਉਹ ਸਾਰੇ ਖੁਸ਼ ਹੋਣਗੇ ਨਗਰ ਵਾਲੇ? ਵਿੱਚ ਇਹੋ ਜਿਹੇ ਵੀ ਹੋਣਗੇ ਵੀ ਆ ਨਵੀਂ ਕੰਮ ਸ਼ੁਰੂ ਕਰ ਲਿਆ, ਜਿਹੜਾ ਖੰਡ ਪਾਠ ਦਾ ਕੀ ਕਰਿਆ ਵੀ ਕਦੇ ਅੱਗੇ ਤਾਂ ਆਪਣੇ ਖੰਡ ਪਾਠ ਨਹੀਂ ਹੋਇਆ। ਇਹ ਬਾਬਾ ਜੀ ਆਏ ਨੇ, ਇਹਨਾਂ ਨੇ ਨਵੀਂ ਛੇੜ ਲਿਆ ਕੰਮ। ਪਰ ਸਾਨੂੰ ਕੋਈ ਮਾਣ ਮਰਿਆਦਾ ਦਾ ਪਤਾ ਹੀ ਨਹੀਂ ਹੈ। ਅਸੀਂ ਇੰਨੇ ਅਗਿਆਨ ਦੇ ਵਿੱਚ ਫਸੇ ਹੋਏ ਹਾਂ ਨਾ, ਪਤਾ ਹੀ ਨਹੀਂ ਹੈ ਵੀ ਕੀ ਕਰਨਾ ਤੇ ਕੀ ਧਰਨਾ। ਗਿਆਨ ਨਹੀਂ ਹੈ, ਪਤਾ ਹੀ ਨਹੀਂ ਹੈ ਵੀ ਕਿਹੜਾ ਕੰਮ ਕਰਨਾ ਹੈ ਤੇ ਕਿਹੜਾ ਨਹੀਂ ਕਰਨਾ ਹੈ। ਕਿਹੜਾ ਕੰਮ ਸੋਗ ਦੇ ਵਿੱਚ ਕਰੀਂਦਾ, ਕਿਹੜਾ ਕੰਮ ਖੁਸ਼ੀ 'ਚ ਕਰੀਂਦਾ। ਸਾਨੂੰ ਗਿਆਨ ਹੀ ਨਹੀਂ ਹੈ, ਸਾਨੂੰ ਪਤਾ ਹੀ ਨਹੀਂ ਹੈ। ਬਸ ਆਪਣਾ ਆਪ ਦੇਖਣਾ ਸੀ ਨੇ ਵੀ ਸਾਡਾ ਸਿੱਕਾ ਚੱਲੇ, ਸਾਡਾ ਹੁਕਮ ਚੱਲੇ।
ਤਾਂ ਗੁਰਮੁਖ ਪਿਆਰਿਓ ਸਮੇਂ ਸਮੇਂ ਦੇ ਨਾਲ ਕੰਮ ਸਾਰੇ ਸੋਹਣੇ ਲੱਗਦੇ ਆ। ਇਸ ਕਰਕੇ ਸਮਾਂ ਦੇਖਣਾ ਪੈਂਦਾ, ਵਿਚਾਰਨਾ ਪੈਂਦਾ। ਜਿਹੜਾ ਗੁਰਸਿੱਖਾ ਨਾ ਉਹ ਬਾਣੀ ਦੇ ਨਾਲ ਜੁੜਦਾ। ਆ ਦਿਨਾਂ ਦੇ ਵਿੱਚ ਸਰਹੰਦ ਜਾ ਕੇ ਪੁਰਾਣੇ ਬਜ਼ੁਰਗ ਪੁਰਾਤਨ ਸਮੇਂ ਜਿਨ੍ਹਾਂ ਨੂੰ ਮਾਣ ਮਰਿਆਦਾ ਦਾ ਪਤਾ ਨਾ, ਉਹ ਆ ਹਫ਼ਤਾ ਨਾ ਤਾਂ ਕੋਈ ਵਿਆਹ ਕਰਦਾ ਹੈ, ਨਾ ਕੋਈ ਕਿਸੇ ਪ੍ਰਕਾਰ ਦੀ ਖੁਸ਼ੀ ਮਨਾਉਂਦਾ। ਤਾਂ ਗੁਰਮੁਖ ਪਿਆਰਿਓ ਘਰ ਦੇ ਵਿੱਚ ਵੀ ਬਿਲਕੁਲ ਧਰਤੀ ਤੇ ਸੌਂਦੇ ਆ, ਆਸਣ ਥੱਲੇ ਵਸਾ ਕੇ ਸੌਂਦੇ ਆ। ਅੱਜ ਵੀ ਫਤਿਹਗੜ੍ਹ ਸਾਹਿਬ ਤੁਸੀਂ ਚੈਕਿੰਗ ਕਰ ਲਿਓ, ਘਰਾਂ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਆ ਦਿਨਾਂ ਦੇ ਵਿੱਚ ਆ ਹਫ਼ਤਾ, ਇੱਕ ਹਫ਼ਤਾ ਮੰਜਿਆਂ ਤੇ ਬੈਡਾਂ ਤੇ ਨਹੀਂ ਸੌਂਦੇ, ਬੈਠ ਕੇ ਗੁਰੂ ਦੀਆਂ ਗੱਲਾਂ ਕਰਦੇ ਨੇ। ਆ ਜਿਵੇਂ ਹੁਣ ਆਪਾਂ ਇਤਿਹਾਸ ਵਿਚਾਰ ਕਰ ਰਹੇ ਆ ਨਾ, ਇਸ ਤਰ੍ਹਾਂ ਵਿਚਾਰ ਕਰਦੇ ਨੇ, ਇਸ ਤਰ੍ਹਾਂ ਗੱਲਾਂ ਕਰਦੇ ਨੇ, ਦੁੱਖ ਮਹਿਸੂਸ ਕਰਦੇ ਨੇ। ਇਹ ਸੇਵਾ ਲਈ ਆ ਜਿਹੜੇ ਆਪਾਂ ਬੈਠੇ ਆ ਨਾ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਵੇਖ ਰਿਹਾ ਬੈਠਿਆਂ ਨੂੰ, ਸਾਰਿਆਂ ਨੂੰ ਉਹ ਵੇਖ ਰਿਹਾ ਵੀ ਮੇਰੇ ਤੇ ਐਡੀ ਐਡੀਆਂ ਮੁਸੀਬਤਾਂ ਪਈਆਂ, ਨਾ ਮੇਰਾ ਆਨੰਦਪੁਰ ਰਿਹਾ, ਨਾ ਮੇਰੇ ਸਾਹਿਬਜ਼ਾਦੇ ਰਹੇ, ਨਾ ਮੇਰੇ ਮਾਤਾ ਪਿਤਾ ਰਹੇ, ਨਾ ਮੇਰੇ ਮਹਿਲ ਰਹੇ, ਨਾ ਮੇਰੀਆਂ ਰਿਸ਼ਤੇਦਾਰੀਆਂ ਰਹੀਆਂ। ਮੇਰੇ ਨਾਲ ਦੁੱਖ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਬੈਠੇ ਆ, ਤੁਹਾਨੂੰ ਵੇਖ ਰਿਹਾ ਸਾਰਿਆਂ ਨੂੰ। ਤਾਂ ਗੁਰਮੁਖ ਪਿਆਰਿਓ ਇਸ ਤਰ੍ਹਾਂ ਤੁਹਾਨੂੰ ਦੇਖ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਮਹਾਰਾਜ ਨੇ ਕਿਹਾ ਸੀ ਨਾ, ਇਨ ਪੁੱਤਨ ਕੇ ਵਾਰਨੇ ਸੀਸ ਵਾਰ ਦੀ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੁਹਾਨੂੰ ਆਪਣੇ ਧੀਆਂ ਪੁੱਤਰ ਬਣਾਇਆ। ਅੱਜ ਵੇਖਦੇ ਵੀ ਮੇਰੇ ਧੀਆਂ ਪੁੱਤਰ ਮੇਰੇ ਦੁੱਖ ਦੇ ਵਿੱਚ ਦੁੱਖ ਨਾਲ ਸਾਂਝਾ ਕਰ ਰਹੇ ਨੇ, ਦੁੱਖ ਮਨਾ ਰਹੇ ਨੇ। ਤਾਂ ਗੁਰਮੁਖ ਪਿਆਰਿਓ ਆਹ ਸਮਾਂ ਜਿਹੜਾ ਇਹ ਸੋਗ ਦਾ ਆਹ ਇੱਕ ਹਫ਼ਤਾ ਸੋਗ ਦਾ, ਖੁਸ਼ੀਆਂ ਮਨਾਉਣ ਦਾ ਸਮਾਂ ਨਹੀਂ ਹੈ। ਜਦੋਂ ਮੈਂ ਨਾ ਸਿਰ ਮਾਜਰੇ ਸੀ, ਮੈਨੂੰ 5-4 ਨੌਜਵਾਨ ਲੱਗੇ ਕਹਿਣਾ, ਕਹਿੰਦੇ ਬਾਬਾ ਜੀ ਕੱਲ੍ਹ ਨੂੰ ਭੋਗ ਪੈਣਾ। ਮੈਂ ਹਾਂ ਭਾਈ। ਕਹਿੰਦੇ ਤੁਸੀਂ ਕਿਹਾ ਸੀ ਵੀ ਲੰਗਰ ਪਾਣੀ ਆਪਾਂ ਸਿੰਪਲੇ ਰੱਖਣਾ, ਤੜਕਾ ਲਾ ਲਈ ਕਿ ਨਾ ਲਾਈਏ ਜੀ? ਜਿਹੜਾ ਆਪਾਂ ਸਬਜ਼ੀ ਨੂੰ ਦਾਲ ਨੂੰ ਤੜਕਾ ਲਾਣਾ, ਲਾਈਏ ਕਿ ਨਾ ਲਾਈਏ, ਕਿਵੇਂ ਕੀ ਹੁਕਮ ਆ? ਮੈਂ ਕਿਹਾ ਵੀ ਬਿਲਕੁਲ ਸਾਦਾ ਹੋਣਾ ਚਾਹੀਦਾ। ਆਪਣੇ ਘਰ ਦੇ ਵਿੱਚ ਮਾਫ ਕਰ ਦਿਓ, ਸਮਝਾਉਣ ਵਾਸਤੇ ਦੱਸ ਰਿਹਾ, ਆਪਣੇ ਘਰ ਦੇ ਵਿੱਚ ਆਪਣਾ ਪਰਿਵਾਰ ਵਿਛੜ ਜਾਏ, ਸਭ ਕੁਝ ਤਹਿਸ ਨਹਿਸ ਹੋ ਜਾਏ, ਆਪਣਿਆਂ ਦਾ ਪਤਾ ਨਾ ਹੋਵੇ ਕੌਣ ਕਿੱਥੇ ਆ ਕੌਣ ਕਿੱਥੇ ਆ, ਐਡੀ ਬਿਪਤਾ ਦੇ ਵਿੱਚ ਪਏ ਹੋਈਏ, ਐਡੇ ਐਡੇ ਕੇ ਬੱਚੇ ਸ਼ਹੀਦ ਹੋ ਜਾਣ, ਸੁਝੂਗਾ ਤੁਹਾਨੂੰ ਤੜਕਾ? ਸੁਝੂਗਾ ਕੁਛ ਨਹੀਂ। ਘਰ ਦੇ ਵਿੱਚ ਆਪਾਂ ਦੇਖਦੇ ਨਾ, ਹੁਣ ਜਦੋਂ ਮੌਤ ਹੋ ਜਾਂਦੀ ਆ, ਇਹ ਤਾਂ ਆਮ ਨੇ ਗੱਲਾਂ, ਕੋਈ ਪਤਾ ਹੀ ਸਾਰਿਆਂ ਨੂੰ। ਕੋਈ 25-30 ਸਾਲ ਦਾ ਨੌਜਵਾਨ ਚੜ੍ਹਾਈ ਕਰ ਜਾਏ, ਆਪਾਂ ਕਹਿੰਦੇ ਤੜਕਾ ਕੀ ਲਾਉਣਾ, ਬਸ ਕੱਲਾ ਗੱਠੇ ਪਾ ਕੇ ਐਂ ਮੂੰਗੀ ਮਸਰੀ ਦੀ ਦਾਲ ਬਣਾ ਲਓ। ਖੜੀ ਤਾਂ ਹੈ ਨਹੀਂ ਕਿਸੇ ਨੇ ਰੋਟੀ, ਅਗਲਾ ਕਹਿੰਦਾ ਐਂ ਬਣਾ ਲਓ, ਸਿੰਪਲ ਬਣਾ ਲਓ। ਪਰ ਗੁਰਮੁਖ ਪਿਆਰੇ ਦੁੱਖ ਨੂੰ ਦੁੱਖ ਮਹਿਸੂਸ ਕਰਾਂਗੇ ਨਾ, ਤਾਂ ਪਤਾ ਲੱਗੇਗਾ। ਇੱਕ ਕਹਿਣ ਲੱਗਾ, ਕਹਿੰਦਾ ਬਾਬਾ ਜੀ, ਕਹਿੰਦਾ ਖੀਰੇ ਨਾ ਬਣਾ ਲਈਏ। ਮੈਂ ਕਿਹਾ ਇੱਥੇ ਕਿਹੜਾ ਕਿਸੇ ਦਾ ਜਨਮ ਦਿਨ ਆ ਖੀਰ ਬਣਾਉਣ ਨੂੰ? ਇਹਨਾਂ ਘੂਰਨਾ ਪੈਂਦਾ, ਸਮਝਾਉਣਾ ਪੈਂਦਾ।
ਜਦੋਂ ਆਪਾਂ ਇੰਨਾ ਪ੍ਰਚਾਰ ਕਰਦੇ ਆ, ਇੰਨਾ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਭੁੱਬਾਂ ਮਾਰ ਮਾਰ ਕੇ ਰੋਂਦੇ ਆ, ਇੰਨਾ ਸਮਾਂ ਲਾਉਂਦੇ ਆ, ਬੰਦਾ ਫੇਰ ਵੀ ਨਾ ਸਮਝੇ, ਫਿਰ ਕੋਈ ਫਾਇਦਾ ਨਹੀਂ ਪ੍ਰਚਾਰ ਕਰਨ ਦਾ। ਖੁਦ ਸਤਨਾਮ ਵਾਹਿਗੁਰੂ ਜੀ। ਆ ਜਿਹੜਾ ਸਮਾਂ ਲਾ ਰਿਹਾ, ਫਿਰ ਕੀ ਫਾਇਦਾ ਆਪਣਾ? ਫਿਰ ਤਰਜਾਈ 'ਚ ਪਵੋ, ਬਾਬਾ ਵੀ ਪਵੇ, ਤੁਸੀਂ ਵੀ ਪਵੋ ਭਾਈ। ਜਦੋਂ ਹੁਕਮ ਹੀ ਨਹੀਂ ਮੰਨਣਾ ਰੱਬ ਦੇ ਪਿਆਰਿਆਂ ਦਾ, ਜਦੋਂ ਆਪਣੀਆਂ ਮਨਮਾਨੀਆਂ ਕਰਨੀਆਂ ਨੇ, ਮਰਜ਼ੀਆਂ ਕਰਨੀਆਂ ਨੇ, ਫਿਰ ਫਾਇਦਾ ਤਾਂ ਕੋਈ ਨਾ ਹੋਇਆ ਨਾ। ਇਸ ਕਰਕੇ ਸਮਝੋ ਸਮਝੋ ਸਮਝੋ, ਆਪਣੇ ਤੇ ਮਹਿਸੂਸ ਕਰੋਗੇ ਨਾ ਜਦੋਂ, ਫਿਰ ਸਮਝ ਆਏਗੀ ਵੀ ਜੇ ਕਿਤੇ ਆ ਕੰਮ ਜਿਹੜਾ ਕਲਗੀਧਰ ਪਾਤਸ਼ਾਹ ਨਾਲ ਬੀਤਿਆ ਨਾ, ਜੇ ਕਿਤੇ ਸਾਡੇ ਨਾਲ ਬੀਤ ਜਾਏ, ਜਦੋਂ ਇਸ ਤਰ੍ਹਾਂ ਮਹਿਸੂਸ ਕਰੋਗੇ ਨਾ, ਫਿਰ ਤੁਹਾਨੂੰ ਗਿਆਨ ਆਵੇਗਾ। ਖੁਦ ਸਤਨਾਮ ਵਾਹਿਗੁਰੂ ਜੀ। ਸੋ ਭਾਈ, ਦੁੱਖ ਨੂੰ ਮਹਿਸੂਸ ਕਰੋ, ਸੁਣੋ ਨਾ ਕੱਲਾ, ਗੁਰਬਾਣੀ ਨੂੰ ਕੱਲਾ ਸੁਣੋ ਨਾ, ਉਹਨੂੰ ਮੰਨੋ, ਉਤੇ ਅਮਲ ਕਰੋ। ਜਦੋਂ ਅਮਲ ਕਰਾਂਗੇ, ਸੁਣਾਂਗੇ ਨਾ, ਫਿਰ ਗੁਰਮੁਖ ਪਿਆਰਿਓ ਮਹਿਸੂਸ ਕਰਾਂਗੇ, ਫਿਰ ਪਤਾ ਲੱਗਦਾ ਹੈ, ਫਿਰ ਅੰਦਰੋਂ ਧਾਹਾਂ ਨਿਕਲਦੀਆਂ ਨੇ, ਫਿਰ ਭੁੱਬਾਂ ਨਿਕਲਦੀਆਂ ਨੇ। ਇਹ ਜਿਹੜਾ ਕੀਰਤਨ ਹੁੰਦਾ, ਕੋਈ ਟਾਈਮ ਪਾਸ ਕਰਨ ਵਾਲੀ ਗੱਲ ਨਹੀਂ ਹੁੰਦੀ, ਜਾਂ ਕੋਈ ਮਨੋਰੰਜਨ ਨਹੀਂ ਹੈ। ਇਹ ਗੁਰਮੁਖ ਪਿਆਰਿਓ ਸਾਨੂੰ ਸਮਝਾਉਣ ਵਾਸਤੇ ਆ। ਸਮਝ ਤਾਂ ਸਾਰੇ ਪਏ ਨੇ, ਸਾਰਿਆਂ ਨੂੰ ਪਤਾ, ਕੋਈ ਨਿਆਣਾ ਨਹੀਂ ਹੈ, ਸਭ ਸਿਆਣੇ ਆ। ਪਰ ਗੁਰਮੁਖ ਪਿਆਰਿਓ ਜਾਣ ਬੁੱਝ ਕੇ ਟੋਏ ਦੇ ਵਿੱਚ ਗਿਰਦੇ। ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦੇ ਦੀਵਾ ਹੱਥ ਦੇ ਵਿੱਚ ਫੜਿਆ ਹੋਵੇ, ਲੈਟਨ ਹੱਥ ਦੇ ਵਿੱਚ ਫੜੀ ਹੋਵੇ, ਬੰਦਾ ਟੋਏ 'ਚ ਗਿਰ ਜਾਏ, ਕਿਹਦਾ ਕਸੂਰ ਮੰਨੋਗੇ? ਦੀਵੇ ਦਾ ਕੰਮ ਤਾਂ ਚਾਨਣਾ ਦਿਖਾਣਾ, ਤੁਰਨਾ ਤਾਂ ਅੱਗੇ ਬੰਦੇ ਨੇ ਨਾ। ਜੇ ਟੋਏ ਦੇ ਵਿੱਚ ਗਿਰ ਗਿਆ ਤਾਂ ਕਸੂਰ ਚਾਨਣੇ ਦਾ ਨਹੀਂ ਹੈ, ਲੈਟਣ ਦਾ ਨਹੀਂ ਹੈ, ਗਿਰਨ ਵਾਲੇ ਦਾ ਕਸੂਰ। ਆਖੋ ਸਤਨਾਮ ਵਾਹਿਗੁਰੂ ਜੀ। ਰੱਬ ਦੇ ਪਿਆਰਿਆਂ ਦਾ ਕੰਮ ਤਾਂ ਭਾਈ ਸਮਝਾਉਣਾ ਹੈ। ਜਿੰਨੀ ਕਾ ਕਾਲ ਪੁਰਖ ਜਿਉਂ ਬੁਲਾਵੇ ਤੂੰ ਬੋਲੇ ਸੁਆਮੀ, ਕੁਦਰਤ ਕਾਵਣ ਹਮਾਰੀ। ਜਿਵੇਂ ਸਤਿਗੁਰੂ ਬੁਲਾਉਂਦਾ ਨਾ, ਉਸੇ ਤਰ੍ਹਾਂ ਬੋਲਿਆ ਜਾਂਦਾ। ਬਾਕੀ ਸਮਝਣਾ ਤਾਂ ਫਿਰ ਆਪਾਂ ਨਹੀਂ ਹੁੰਦਾ ਨਾ। ਇਸ ਕਰਕੇ ਅੱਜ ਪ੍ਰਚਾਰ ਦੀ ਘਾਟ ਨਹੀਂ ਹੈ, ਤੇ ਸਮਝਣ ਵਾਲਿਆਂ ਦੀ, ਮੰਨਣ ਵਾਲਿਆਂ ਦੀ ਘਾਟ ਹੈ। ਤੇ ਹੁਣ ਵਿਚਾਰ ਕਰ ਰਹੇ ਸੀ, ਗੰਗੂ ਮੋਹਰਾਂ ਨੂੰ ਦੇਖ ਕੇ ਲੋਭੀ ਹੋ ਗਿਆ। ਹੁਣ ਗੁਰੂ ਕਿਆਂ ਨੂੰ ਲੋਭ ਦੇ ਵਿੱਚ ਆ ਕੇ ਠੱਗਣ ਤੇ ਤੁਲ ਗਿਆ। ਆਖੋ ਸਤਨਾਮ ਵਾਹਿਗੁਰੂ ਜੀ। ਇੱਥੋਂ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਨੂੰ ਲੈ ਕੇ ਜਦੋਂ ਚੱਲਿਆ ਨਾ, ਚਲਿਆ ਜਾ ਰਿਹਾ, 8 ਪੋਹ ਦੀ ਰਾਤ ਆਉਣ ਵਾਲੀ ਆ। ਇਹ 8 ਪੋਹ ਦੀ ਰਾਤ ਇਹਨੇ ਰਸਤੇ ਵਿੱਚ ਹੌਲੀ ਹੌਲੀ ਤੁਰਿਆ। ਕਿਉਂਕਿ ਰਸਤੇ ਦੇ ਵਿੱਚ ਜਦੋਂ ਰਾਤ ਪਵੇਗੀ, ਇਹ ਸੌਂ ਜਾਣਗੇ, ਤੇ ਇੱਥੋਂ ਮੋਹਰਾਂ ਲੈ ਕੇ ਮੈਂ ਆਪਣਾ ਚੱਲਦਾ ਬਣਾਂਗਾ। ਆਪੇ ਜੰਗਲ 'ਚ ਭੱਜੇ ਫਿਰੀ ਜਾਣਗੇ, ਆਪਾਂ ਨੂੰ ਕੀ ਆ। ਇੱਥੋਂ ਆਪਾਂ ਮੋਹਰਾਂ ਲੈ ਕੇ ਚਲੇ ਜਾਵਾਂਗੇ, ਤੇ ਬਾਕੀ ਆਪਣਾ ਚੱਲਦੇ ਰਹਿਣਗੇ। ਇੱਥੇ ਰਾਤ ਕਟਾਈ 8 ਪੋਹ ਦੀ। ਇੱਥੇ ਗੁਰਦੁਆਰਾ ਅਟਕ ਸਰ ਸਾਹਿਬ ਗੁਰਦੁਆਰਾ ਬਣਿਆ ਹੋਇਆ। ਇੱਥੋਂ ਫਿਰ ਗੁਰਮੁਖ ਪਿਆਰਿਓ ਰਾਤ ਨੂੰ ਦਾ ਨਹੀਂ ਲੱਗਿਆ। ਮਾਤਾ ਨੂੰ ਨੀਂਦ ਕਿੱਥੇ, ਸਭ ਪਰਿਵਾਰ ਵਿਛੜਿਆ ਹੋਇਆ। ਜਦੋਂ ਰਾਤ ਨੂੰ ਦਾ ਨਾ ਲੱਗਿਆ ਨਾ, ਫਿਰ 9 ਪੋਹ ਦੀ ਸਵੇਰ ਨੂੰ ਗੰਗੂ ਆਪਣੇ ਘਰ ਵੱਲ ਨੂੰ ਤੁਰਿਆ, ਤੇ ਆਪਣੇ ਘਰ ਗੰਗੂ ਲੈ ਗਿਆ। ਆਓ ਇੱਥੋਂ ਵਿਚਾਰ ਕਰਾਂਗੇ ਭਾਈ। ਭੋਗ ਤੇ ਕੱਲ ਨੂੰ 9 ਵਜੇ ਭੋਗ ਸ਼ੁਰੂ ਹੋ ਜਾਣਾ, 9:30 ਵਜੇ ਭੋਗ ਪੈਣਾ। 9:30 ਵਜੇ ਤੋਂ ਲੈ ਕੇ 11 ਵਜੇ ਤੱਕ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਜਾਣਗੀਆਂ। ਸਾਰੀਆਂ ਸੰਗਤਾਂ ਨੇ, ਮਾਈਆਂ ਨੇ, ਭਾਈਆਂ ਨੇ, ਬੱਚਿਆਂ ਬਜ਼ੁਰਗਾਂ ਨੇ, ਸਾਰਿਆਂ ਨੇ ਸਾਹਿਬਜ਼ਾਦਿਆਂ ਦੇ ਪਿਆਰ ਦੇ ਵਿੱਚ, ਸਤਿਕਾਰ ਦੇ ਵਿੱਚ
ਹਾਜ਼ਰੀਆਂ ਭਰਨੀਆਂ। ਕੀ ਹੋਇਆ ਅੱਗੇ ਇਤਿਹਾਸ ਸੁਣਿਓ। ਆਓ ਇੰਨਾ ਕੁ ਸਮਾਂ ਕਰਿਓ ਪ੍ਰਵਾਨ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਲਾਡੇਵਾਲ ਵਾਲੇ, ਜੋ ਤੁਹਾਨੂੰ ਕਵੀਸ਼ਰੀ ਰਾਹੀਂ ਗੁਰੂ ਕੇ ਸਾਹਿਬਜ਼ਾਦਿਆਂ ਦਾ ਮਾਛੀਵਾੜੇ ਦਾ ਆਨੰਦਪੁਰ ਦਾ ਕਵਿਤਾ ਰਾਹੀਂ ਸੁਨਾਰੇ ਸੀ, ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ। ਸੋ ਬਹੁਤ ਬਹੁਤ ਧੰਨਵਾਦ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮੇਂ ਦੇ ਵਿੱਚੋਂ ਸਮਾਂ ਕੱਢ ਕਰਕੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੁੱਖ ਦੇ ਵਿੱਚ ਦੁੱਖ ਮਨਾਉਣ ਵਾਸਤੇ ਤੁਸੀਂ ਪਹੁੰਚੇ ਹੋ, ਤੇ ਸਾਰਿਆਂ ਦਾ ਧੰਨਵਾਦ। ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਤੁਸੀਂ ਸਾਨੂੰ ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸਮੇਂ ਬਖਸ਼ਿਸ਼ ਕੀਤੇ ਆ, ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਆਓ ਇੱਕ ਲਾਸਟ ਧਾਰਨਾ ਪੜ੍ਹ ਕੇ ਅਰਦਾਸ, ਵਾਹਿਗੁਰੂ ਸ਼ਲੋਕ ਅਰਦਾਸ ਹੁਕਮਨਾਮਾ ਸਰਵਣ ਕਰਕੇ ਪ੍ਰਸਾਦ ਲੈ ਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਆ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਾਰੀਆਂ ਸੰਗਤਾਂ ਨੂੰ ਬੇਨਤੀ ਆ, ਸਵੇਰੇ ਭਾਈ ਦੁੱਧ ਦੀ ਸੇਵਾ ਆਪੋ ਆਪਣਾ ਡੋਲੂ ਭਰ ਕੇ ਲੈ ਕੇ ਆਉਣੇ। ਚਾਹ ਦਾ ਲੰਗਰ ਸੰਗਤਾਂ ਨੂੰ ਛਕਾਵਾਂਗੇ, ਪ੍ਰਸ਼ਾਦੇ ਪਾਣੀ ਦਾ ਲੰਗਰ ਤਿਆਰ ਹੋਵੇਗਾ। ਸੋ ਸਾਰਿਆਂ ਨੇ ਦੁੱਧ ਦੀ ਸੇਵਾ ਵੱਧ ਤੋਂ ਵੱਧ ਕਰਨੀ। ਜਿਨ੍ਹਾਂ ਦੀ ਹਜੇ ਤੱਕ ਮਾਇਆ ਨਹੀਂ ਪਹੁੰਚੀ, ਜਿਨ੍ਹਾਂ ਦੀ ਹਜੇ ਤੱਕ ਮਾਇਆ ਗੁਰਦੁਆਰਾ ਸਾਹਿਬ ਨਹੀਂ ਪਹੁੰਚੀ, ਉਹ ਕਿਰਪਾ ਕਰਿਓ ਸਵੇਰ ਤੱਕ ਜ਼ਰੂਰ ਆਪੋ ਆਪਣੀ ਮਾਇਆ ਗੁਰਦੁਆਰਾ ਸਾਹਿਬ ਪਹੁੰਚਾਇਓ। ਤਕਰੀਬਨ ਬਹੁਤ ਘਰਾਂ ਦੀ ਮਾਇਆ, ਜਿਨ੍ਹਾਂ ਨੇ ਯੋਗਦਾਨ ਪਾਇਆ, ਸਭਨਾਂ ਦੀ ਮਾਇਆ ਪਹੁੰਚੀ ਆ। ਮਹਾਰਾਜ ਦੀ ਕਿਰਪਾ ਕਰਨ, ਜਿਹੜੇ ਖਜ਼ਾਨਿਆਂ ਵਿੱਚੋਂ ਮਾਇਆ ਹਾਜ਼ਰ ਹੋਈ, ਸੋ ਖਜ਼ਾਨੇ ਭਰਪੂਰ ਕਰਨ, ਕਾਲ ਕੰਡਕ ਦੂਰ ਕਰਨ, ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਚ ਰੱਖਣ। ਆਓ ਤਾਂ ਗੁਰਮੁਖ ਪਿਆਰਿਓ, ਸਰਹੰਦ ਦੀਆਂ ਦੀਵਾਰਾਂ ਵੀ ਰੋਂਦੀਆਂ ਸੀ। ਸਰਹੰਦ ਦੀਆਂ ਦੀਵਾਰਾਂ ਨੇ ਵੀ ਪੁੱਛਿਆ ਸੀ ਸਾਹਿਬਜ਼ਾਦਿਆਂ ਨੂੰ, ਜਦੋਂ ਚਿਣ ਲੱਗੇ ਸੀ ਨਾ, ਉਦੋਂ ਸਰਹੰਦ ਦੀਆਂ ਦੀਵਾਰਾਂ ਨੇ ਵੀ ਪੁੱਛਿਆ ਸੀ। ਕੀ ਪੁੱਛਿਆ? ਆਓ ਧਾਰਨਾ ਰਾਹੀਂ ਸਰਵਣ ਕਰੋ, ਫਿਰ ਆਪਾਂ ਸ਼ਲੋਕ ਦੇ ਵਿੱਚ ਵੜਾਂਗੇ। ਕੀ ਕਹਿੰਦੀਆਂ ਨੇ ਸਰਹੰਦ ਦੀਆਂ ਦੀਵਾਰਾਂ? ਤੁਸੀਂ ਕਿਹੜੀਆਂ ਮੜੀ ਦੇ ਜਾਏ, ਲਾਲਾ ਨੂੰ ਦਵਾਰ ਪੁੱਛਦੀ। ਤੁਸੀਂ ਕਿਹੜੀਆਂ ਮੜੀ ਦੇ ਜਾਏ, ਲਾਲਾ ਨੂੰ ਦਵਾਰ ਪੁੱਛਦੀ। ਤੁਸੀਂ ਕਿਹੜੀਆਂ ਮੜੀ ਦੇ ਜਾਏ, ਲਾਲਾ ਨੂੰ ਦਵਾਰ ਪੁੱਛਦੀ। ਤੁਸੀਂ ਕਿਹੜੀ ਆਮੜੀ ਦੇ ਜਾਏ, ਲਾਲਾ ਨੂੰ ਦਵਾਰ ਪੁੱਛਦੀ। ਕਿਹੜੀ ਅਮੜੀ ਦੇ ਜਾਏ, ਹੋ ਤੁਸੀਂ ਕਿਹੜੀ ਅਮੜੀ ਦੇ ਜਾਏ, ਲਾਲਾ ਨੂੰ ਦੀਵਾਰ ਪੁੱਛਦੀ। ਉਹ ਤੁਸੀਂ ਕਿਹੜੀਆਂ ਮੜੀ ਦੇ ਜਾਏ, ਲਾਲਾ ਨੂੰ ਦਵਾਰ ਪੁੱਛਦੀ। ਤੁਸੀਂ ਕਿਹੜੀਆਂ ਮੜੀ ਦੇ ਜਾਏ, ਲਾਲਾ ਨੂੰ ਦਵਾਰ ਪੁੱਛਦੀ। ਤੁਸੀਂ ਕਿਹੜੀਆਂ ਮੜੀ ਦੇ ਜਾਏ, ਲਾਲਾ ਨੂੰ ਦਵਾਰ ਪੁੱਛਦੀ। ਤੁਸੀਂ ਕਿਹੜੀਆਂ ਮੜੀ ਦੇ ਜਾਏ, ਲਾਲਾ ਨੂੰ ਦਵਾਰ ਪੁੱਛਦੀ। ਕਿਹੜੀ ਅਮੜੀ ਦੇ ਜਾਏ, ਲਾਲਾ ਨੂੰ ਦੀਵਾਰ ਪੁੱਛਦੀ।
ਜੀ ਲਾਲਾ ਨੂੰ ਜੀ ਦੀਵਾਰ ਪੁੱਛਦੀ ਲਾਲਾ ਨੂੰ ਜੀ ਦੀਵਾਰ ਪੁੱਛਦੀ ਓ ਲਾਲਾ ਨੂੰ ਜੀ ਦੀਵਾਰ ਪੁੱਛਦੀ ਆ ਲਾਲਾ ਨੂੰ ਜੀ ਦੀਵਾਰ ਪੁੱਛਦੀ ਤੁਸੀਂ ਕਿਹੜੀ ਅਮੜੀ ਦੇ ਜਾਏ ਲਾਲਾ ਨੂੰ ਦਵਾਰ ਪੁੱਛਦੀ ਤੁਸੀਂ ਕਿਹੜੀ ਅਮੜੀ ਦੇ ਜਾਏ ਲਾਲਾ ਨੂੰ ਦਵਾਰ ਪੁੱਛਦੀ ਓਏ ਤੁਸੀਂ ਕਿਹੜੀਆਂ ਮੜੀ ਦੇ ਜਾਏ ਲਾਲਾ ਨੂੰ ਦਵਾਰ ਪੁੱਛਦੀ ਤੁਸੀਂ ਕਿਹੜੀਆਂ ਮੜੀ ਦੇ ਜਾਏ ਓ ਲਾਲਾ ਨੂੰ ਦਵਾਰ ਪੁੱਛਦੀ ਤੁਸੀਂ ਕਿਹੜੀਆਂ ਮੜੀ ਦੇ ਜਾਏ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਹੜੀਆਂ ਮੜੀ ਦੇ ਜਾਏ ਓ ਲਾਲਾ ਨੂੰ ਦੀਵਾਰ ਪੁੱਛਦੀ ਮੇਰੇ ਪਿਆਰੇ ਜੀ ਲਾਲਾ ਨੂੰ ਦਵਾਰ ਪੁੱਛਦੀ ਮੇਰੇ ਪਿਆਰੇ ਜੀ ਲਾਲਾ ਨੂੰ ਦਵਾਰ ਪੁੱਛਦੀ ਮੇਰੇ ਪਿਆਰੇ ਜੀ ਲਾਲਾ ਨੂੰ ਦੀਵਾਰ 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 ਪੁੱਛਦੀ ਮੇਰੇ ਪਿਆਰੇ ਜੀ ਲਾਲਾ ਨੂੰ ਦਵਾਰ ਪੁੱਛਦੀ ਮੇਰੇ ਪਿਆਰੇ ਜੀ ਲਾਲਾ ਨੂੰ ਦਵਾਰ ਪੁੱਛਦੀ ਮੇਰੇ ਪਿਆਰੇ ਜੀ ਲਾਲਾ ਲਾਲਾ ਨੂੰ ਨੂੰ ਦਵਾਰ ਦੀਵਾਰ ਪੁੱਛਦੀ ਮੇਰੇ ਪਿਆਰੇ ਜੀ ਲਾਲਾ ਨੂੰ ਦੀਵਾਰ ਪੁੱਛਦੀ ਮੇਰੇ ਪਿਆਰੇ ਜੀ ਲਾਲਾ ਨੂੰ ਦੀਵਾਰ ਪੁੱਛਦੀ ਮੇਰੇ ਪਿਆਰੇ ਜੀ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਹੜੀ ਅਮੜੀ ਦੇ ਜਾਏ ਲਾਲਾ ਨੂੰ ਦਵਾਰ ਪੁੱਛਦੀ ਤੁਸੀਂ ਕਿਹੜੀ ਅਮੜੀ ਦੇ ਜਾਏ ਲਾਲਾ ਨੂੰ ਦਵਾਰ ਪੁੱਛਦੀ ਤੁਸੀਂ ਕਿਹੜੀਆਂ ਮੜੀ ਦੇ ਜਾਏ ਓ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਹੜੀਆਂ ਅਮੜੀ ਦੇ ਜਾਏ ਓ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਹੜੀਆਂ ਮੜੀ ਦੇ ਜਾਏ ਲਾਲਾ ਨੂੰ ਦੀਵਾਰ ਪੁੱਛਦੀ ਓ ਤੁਸੀਂ ਕਿਹੜੀ ਅਮੜੀ ਦੇ ਜਾਏ ਲਾਲਾ ਨੂੰ ਦੀਵਾਰ ਪੁੱਛਦੀ ਚਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਬ ਮਹਤ ਜਿਸ ਰਾਤ ਦੋਏ ਤਾਈ ਦਇਆ ਖਿਲੇ ਸਗਲ ਜਗਤ ਆਈਆਂ ਬੁਰਿਆਈਆਂ ਬਚ ਧਰਮ ਦੂਰ ਧਰਮੀ ਆਪੋ ਆਪਣੀ ਕਿਹੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਤਖਤ ਕਾਲ ਨਾਨਕ ਦੇਵ ਕਿਉ ਜਲੇ ਕਿਤੇ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਜੀ ਨਾਮ ਤੇ ਆਇਆ ਜੀ ਨਾਮ ਤੇ ਆਇਆ ਵਾਹਿਗੁਰੂ 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 ਓ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।